ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਿਵਾਜ ਸਤਿਗੁਰੂ ਗੁਣੀ ਨਿਧਾਨ ਜੁਗੋ ਜੁਗ ਅਟਲ ਸੱਚੇ ਪਾਤਸ਼ਾਹ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਅਦਬ ਅਤੇ ਇਕਾਗਰਤਾ ਸਹਿਤ ਸਜ ਬੈਠੀ ਸਨਮਾਨਯੋਗ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਕਿਰਪਾ ਹੋਈ ਹੈ। ਗੁਰੂ ਦਰੋਂ ਵਰਸਾਏ ਗੁਰੂ ਕੇ ਪਿਆਰੇ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਵੱਲੋਂ ਸਥਾਪਿਤ ਕੀਤੇ ਹੋਏ ਪਾਵਨ ਅਸਥਾਨ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਗੁਰੂ ਚਰਨਾਂ ਦੇ ਵਿੱਚ ਇਕਾਗਰ ਚਿੱਤ ਸਜ ਬੈਠੀ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਦਰ ਘਰ ਦੇ ਨਿਤਨੇਮ ਅਨੁਸਾਰ ਆਪ ਜੀ ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਆਸਾ ਕੀ ਵਾਰ ਦਾ ਸ਼ਬਦ ਕੀਰਤਨ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਤਿਨਾਂ ਦੇ ਹਜ਼ੂਰੀ ਜਥੇ ਪਾਸੋਂ ਸਰਵਣ ਕਰਕੇ ਹਟੇ ਹੋਂ। ਹੁਣ ਆਪਾਂ ਯਤਨ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜ ਸਕੀਏ। ਪਾਵਨ ਬਚਨ ਜਿਸ ਤੋਂ ਆਪਾਂ ਗੁਰਮਤਿ ਵਿਚਾਰ ਨੂੰ ਆਰੰਭ ਕਰਨਾ ਹੈ, ਪਾਠ ਆਪ ਜੀ ਨੇ ਸਰਵਣ ਕੀਤਾ। ਪਹਿਰ ਸਮਾਦ ਸਨਾਹ ਗਿਆਨ ਹੈ ਆਸਣ ਚੜਿਓ, ਧਰਮ ਧਨਖ ਕਰ ਗਹਿਓ, ਭਗਤ ਸੀਲ ਸਰ ਲੜਿਓ। ਭੈ ਨਿਰਭਉ ਹਰ ਅਟਲ ਮਨ, ਸ਼ਬਦ ਗੁਰ ਨੇਜਾ ਗੱਡਿਓ। ਕਾਮ ਕ੍ਰੋਧ ਲੋਭ ਮੋਹ ਆਪਤ, ਪੰਚ ਦੂਤ ਬਿਖੰਡਿਓ। ਭਲਉ ਪੁਹਾਲ ਤੇਜੋ ਤਨਾ, ਨਿਰਪਤ ਨਾਥ ਨਾਨਕ ਬਰ। ਗੁਰ ਅਮਰਦਾਸ ਸਚ ਸੱਲ ਭਣ, ਤੈਂ ਦਲ ਜਿਤਉ ਇਵ ਯੁੱਧ ਕਰ। ਇਹ ਪਾਵਨ ਬਚਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਤਿਨਾਂ ਦੀ ਉਸਤਤ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 1396 ਅੰਕ ਨੰਬਰ ਦੇ ਉੱਪਰ ਦਰਜ ਹੈ। ਸਵਈਏ ਮਹੱਲੇ ਤੀਜੇ ਕੇ ਦੇ ਸਿਰਲੇਖ ਹੇਠ ਦਰਜ ਇਹ ਪਦਾ ਭੱਟ ਸਾਲੇ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਕੁੱਲ 22 ਸਵਈਏ ਉਚਾਰੇ ਹਨ, ਜਿਨ੍ਹਾਂ ਦੇ ਵਿੱਚ ਭੱਟ ਜਾਲਪ ਜੀ, ਭੱਟ ਕਲ ਸਹਾਰ ਜੀ, ਭੱਟ ਭੱਲ ਜੀ, ਭੱਟ ਸੱਲ ਜੀ, ਇਹਨਾਂ ਭੱਟ ਜਨਾਂ ਨੇ ਜਿਵੇਂ ਜਿਵੇਂ ਸਤਿਗੁਰੂ ਦੀ ਵਡਿਆਈ ਸੁਣਨਾ ਕੀਤੀ ਸੰਗਤ ਦੇ ਕੋਲੋਂ, ਜਿਵੇਂ ਜਿਵੇਂ ਸਤਿਗੁਰੂ ਦੀ ਵਡਿਆਈ ਸੁਣੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੋਂ, ਤਿਵੇਂ ਤਿਵੇਂ ਗੁਰੂ ਜੀ ਦੀ ਉਪਮਾ ਦੇ ਵਿੱਚ ਸਤਿਗੁਰੂ ਦੀ ਵਡਿਆਈ ਦੇ ਵਿੱਚ ਆਪਣੀ ਰਸਨਾ ਤੋਂ ਇਹ ਪਦੇ ਉਚਾਰਨ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਪਦਿਆਂ ਨੂੰ, ਇਹਨਾਂ ਦੇ ਸਵਈਆਂ ਨੂੰ ਮਾਣ ਦਿੱਤਾ। ਗੁਰੂ ਦੀ ਪ੍ਰਤਿਭਾ, ਸੰਗਤ ਦੀ ਵਡਿਆਈ, ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਇਹਨਾਂ ਸਵਈਆਂ ਦੇ ਵਿੱਚੋਂ ਪ੍ਰਤੱਖ ਝਾਕਦੀਆਂ ਹਨ। ਇਸ ਲਈ ਮਹਾਰਾਜ ਜੀ ਨੇ ਇਹਨਾਂ ਪਾਵਨ ਸਵਈਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਨਾ ਕੀਤਾ ਹੈ। ਸੋ 20 ਨੰਬਰ ਸਵਈਏ ਤੱਕ ਆਪ ਜੀ ਨੇ ਵਿਚਾਰ ਸਰਵਣ ਕੀਤੀ ਸੀ। ਭੱਟ ਭਿਖਿਆ ਜੀ ਦਾ ਜੋ ਸਵਈਆ ਹੈ ਉੱਥੋਂ ਤੱਕ
ਦੋ ਸਵਈਏ ਭੱਟ ਭਿੱਖਾ ਜੀ ਦੇ ਨੇ, ਤੇ ਹੁਣ ਇਹ ਇੱਕ ਸਵਈਆ ਸੱਲ ਜੀ ਦਾ ਹੈ, ਤੇ ਉਸ ਤੋਂ ਅੱਗੇ ਇੱਕ ਸਵਈਆ ਭੱਲ ਕਵੀ ਭੱਟ ਜੀ ਦਾ ਹੈ। 21 ਨੰਬਰ ਸਵਈਏ ਦੇ ਵਿੱਚ ਭੱਟ ਸੱਲ ਜੀ ਕਹਿ ਰਹੇ ਨੇ, ਗੁਰੂ ਅਮਰਦਾਸ ਜੀ ਦੀ ਉਪਮਾ ਕਰਦੇ ਨੇ, ਪਹਿਰ ਸਮਾਦ ਸਨਾ ਗਿਆਨ ਹੈ ਆਸਣ ਚੜਿਓ, ਧਰਮ ਧਨਖ ਕਰ ਗਹਿਓ, ਭਗਤ ਸੀਲ ਸਰ ਲੜਿਓ। ਇੱਥੇ ਨਾ ਇਸ ਸਵਈਏ ਦੇ ਵਿੱਚ ਗੁਰੂ ਅਮਰਦਾਸ ਜੀ ਨੂੰ ਇੱਕ ਯੋਧੇ ਦੇ ਰੂਪ ਦੇ ਵਿੱਚ, ਇੱਕ ਬਹਾਦਰ ਬਲੀ ਸੂਰਮੇ ਦੇ ਰੂਪ ਦੇ ਵਿੱਚ ਦਰਸ਼ਨ ਕੀਤਾ ਹੈ ਭੱਟ ਸੱਲ ਜੀ ਨੇ। ਉਹ ਕਹਿੰਦੇ ਮੈਨੂੰ ਇਉਂ ਜਾਪਦਾ ਹੈ ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵੀਰ ਬਹਾਦਰ ਯੋਧੇ ਹਨ ਤੇ ਰਣ ਭੂਮੀ ਦੇ ਵਿੱਚੋਂ ਜੂਝ ਰਹੇ ਹਨ, ਤੇ ਰਣ ਭੂਮੀ ਦੇ ਵਿੱਚ ਜੂਝਣ ਵਾਲੇ ਵੀਰ ਬਹਾਦਰ ਯੋਧੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਹਥਿਆਰ ਕਿਹੜੇ ਹਨ, ਕਿਸ ਘੋੜੇ ਦੇ ਉੱਪਰ ਉਹ ਸਜੇ ਹੋਏ ਹਨ, ਉਹਨਾਂ ਨੇ ਆਪਣੀ ਰੱਖਿਆ ਕਿਵੇਂ ਕੀਤੀ ਹੈ, ਉਸ ਦਾ ਜ਼ਿਕਰ ਭੱਟ ਸੱਲ ਜੀ ਕਰਦੇ ਹੋਏ ਕਹਿ ਰਹੇ ਨੇ, ਪਹਿਰ ਸਮਾਦ ਸਨਾਹ ਗਿਆਨ ਹੈ ਆਸਣ ਚੜਿਓ। ਭਾਈ ਸਾਹਿਬ ਕਹਿਣ ਲੱਗੇ, ਕਹਿੰਦੇ ਪਹਿਰ ਸਮਾਦ ਸਨਾ, ਸਨਾ ਸਾਧ ਸੰਗਤ ਆਪਾਂ ਪਹਿਲਾਂ ਵੀ ਇੱਕ ਦਿਨ ਸਮਝਿਆ ਸੀ, ਜੰਗ ਯੁੱਧ ਵਿੱਚ ਜਾਣ ਵੇਲੇ ਉਹਨਾਂ ਸਮਿਆਂ ਦੇ ਵਿੱਚ ਸੈਨਾ ਦਾ ਜੋ ਸੈਨਾਪਤੀ ਹੁੰਦਾ ਸੀ ਨਾ, ਸੈਨਾ ਦਾ ਜੋ ਕਮਾਂਡਿੰਗ ਇਨ ਚੀਫ ਉਹਨਾਂ ਦਾ ਹੁੰਦਾ ਸੀ, ਉਹਦੀ ਸੁਰੱਖਿਆ ਕਰਨੀ ਰਾਜੇ ਲਈ ਲਾਜ਼ਮੀ ਹੁੰਦੀ ਸੀ, ਉਹਨੂੰ ਬਚਾਉਣਾ ਲਾਜ਼ਮੀ ਹੁੰਦਾ ਸੀ, ਕਿਉਂਕਿ ਉਸ ਸੈਨਾਪਤੀ ਨੇ, ਉਸ ਕਮਾਂਡਰ ਨੇ ਟੁਕੜੀ ਨੂੰ ਤਿਆਰ ਕੀਤਾ ਹੁੰਦਾ ਸੀ, ਤੇ ਜੇ ਉਹ ਸੈਨਾਪਤੀ ਰਹੇਗਾ ਤੇ ਉਹ ਅੱਗੇ ਹੋਰ ਵੀ ਉੱਦਾਂ ਦੇ ਜਾਂਬਾਜ਼ ਤਿਆਰ ਕਰ ਸਕਦਾ ਵਾ। ਇਸ ਲਈ ਜੰਗ ਯੁੱਧ ਵਿੱਚ ਸੈਨਾਪਤੀ ਦੀ ਸੁਰੱਖਿਆ ਰਾਜੇ ਦੇ ਲਈ ਜ਼ਰੂਰੀ ਹੁੰਦੀ ਸੀ, ਤੇ ਰਾਜਾ ਫਿਰ ਆਪਣੇ ਸੈਨਾਪਤੀ ਦੇ ਲਈ ਜੰਗਾਂ ਵੇਲੇ ਵਧੀਆ ਤੋਂ ਵਧੀਆ ਘੋੜੇ ਉਪਲਬਧ ਕਰਵਾਉਂਦਾ ਸੀ, ਚੰਗੇ ਤੋਂ ਚੰਗੇ ਹਥਿਆਰ ਉਪਲਬਧ ਕਰਵਾਉਂਦਾ ਸੀ। ਕਈ ਦਫੇ ਤੇ ਰਾਜਾ ਨਾ ਆਪਣੇ ਸੈਨਾਪਤੀ ਨੂੰ ਆਪਣਾ ਘੋੜਾ ਆਪਣੇ ਹਥਿਆਰ ਤੱਕ ਦੇ ਦਿੰਦਾ ਸੀ, ਤੇ ਉਸ ਦੀ ਸੁਰੱਖਿਆ ਦੇ ਲਈ ਆਪਣੇ ਵੱਲੋਂ ਵਧੀਆ ਇੱਕ ਸੰਜੋ ਨੂੰ ਦਿੱਤੀ ਜਾਂਦੀ ਸੀ। ਸੰਜੋ ਦਾ ਮਤਲਬ ਹੁੰਦਾ ਸੀ ਕਿ ਉਹ ਪੁਸ਼ਾਕ ਜੋ ਲੋਹੇ ਦੀ ਸੰਗਲੀ ਦੀ ਬਾਰੀਕ ਬਾਰੀਕ ਬੁਣਤੀ ਕਰਕੇ ਬਣਾਈ ਗਈ ਹੁੰਦੀ ਆ, ਉਹ ਬਹੁਤੀ ਜ਼ਿਆਦਾ ਵਜ਼ਨਦਾਰ ਤੇ ਨਹੀਂ ਹੁੰਦੀ, ਪਰ ਉਹ ਮਜ਼ਬੂਤ ਸਖਤ ਬੜੀ ਹੁੰਦੀ ਆ, ਤੇ ਉਹਨੂੰ ਸਿਰ ਤੋਂ ਲੈ ਕੇ ਪਹਿਨ ਲਿਆ ਜਾਂਦਾ, ਚੋਲੇ ਦੀ ਤਰ੍ਹਾਂ, ਕੋਟ ਦੀ ਤਰ੍ਹਾਂ, ਵਰਦੀ ਦੀ ਤਰ੍ਹਾਂ, ਤੇ ਉਹ ਲੱਤਾਂ ਤੱਕ ਸੁਰੱਖਿਆ ਕਰਦੀ ਆ। ਉਸ ਦੀ ਬੁਣਤੀ ਇੰਨੀ ਬਾਰੀਕ ਹੁੰਦੀ ਸੀ ਬਈ ਜੇ ਤੀਰ ਕਿਸੇ ਪਾਸਿਓਂ ਛੱਡਿਆ ਜਾਏ ਤੇ ਉਹਦੇ ਵਿੱਚ ਅਟਕ ਕੇ ਡਿੱਗ ਪੈਂਦਾ ਸੀ, ਉਹ ਸੈਨਾਪਤੀ ਦੇ ਸਰੀਰ ਨੂੰ ਘਾਇਲ ਨਹੀਂ ਸੀ ਕਰਦਾ। ਜੇ ਕੋਈ ਨੇਜਾ ਮਾਰਦਾ ਸੀ ਤੇ ਨੇਜਾ ਟੁੱਟ ਜਾਂਦਾ ਸੀ ਤੇ ਸੈਨਾਪਤੀ ਦਾ ਸਰੀਰ ਘਾਇਲ ਨਹੀਂ ਸੀ ਹੁੰਦਾ। ਜੇ ਕੋਈ ਤਲਵਾਰ ਦਾ ਵਾਰ ਕਰਦਾ ਸੀ ਤੇ ਤਲਵਾਰ ਉਸ ਲੋਹੇ ਦੀ ਸੰਜੋ ਦੇ ਨਾਲ ਟਕਰਾ ਕੇ ਖੁੰਡੀ ਹੋ ਜਾਂਦੀ ਸੀ, ਸੈਨਾਪਤੀ ਦਾ ਸਰੀਰ ਸੁਰੱਖਿਅਤ ਰਿਹਾ ਕਰਦਾ ਸੀ। ਇਉਂ ਇਹ ਸਨਾ, ਇਹ ਸੰਜੋ ਇੱਕ ਪ੍ਰਕਾਰ ਦਾ ਸੁਰੱਖਿਆ ਕਵਚ ਹੋਇਆ ਕਰਦੀ ਸੈਨਾਪਤੀ ਦੇ ਲਈ। ਹੁਣ ਇੱਥੇ ਭੱਟ ਸੱਲ ਜੀ ਕਹਿ ਰਹੇ ਨੇ, ਪਹਿਰ ਸਮਾਦ ਸਨਾ ਗਿਆਨ ਹੈ ਆਸਣ ਚੜਿਓ। ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ ਸਾਧ ਸੰਗਤ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਦੋਂ ਚਮਕੌਰ ਦੀ ਗੜੀ 'ਚ ਘੇਰਾ ਪਾਇਆ ਗਿਆ ਸੀ ਨਾ, ਬਾਬਾ ਅਜੀਤ ਸਿੰਘ ਸਾਹਿਬ ਦਾ ਜਥਾ ਜਦੋਂ ਬਾਹਰ ਨਿਕਲਿਆ ਸੀ, ਪਹਿਲਾਂ ਉਹਨਾਂ ਤੀਰ ਦੇ ਨਾਲ ਲੜਾਈ ਕੀਤੀ, ਯੁੱਧ ਕੀਤਾ। ਗਿਣਵੇਂ ਚੁਣਵੇਂ ਤੀਰ ਉਹਨਾਂ ਦੇ ਕੋਲ ਸਨ, ਪੱਥਾ ਖਾਲੀ ਹੋਇਆ ਤੇ ਫਿਰ ਉਹਨਾਂ ਨੇ ਆਪਣਾ ਨੇਜਾ ਸੰਭਾਲਿਆ ਤੇ ਨੇਜਾ ਸੰਭਾਲ ਕੇ ਰਣ ਤੱਤੇ 'ਚ ਆ ਗਏ। ਸਾਹਮਣੇ ਨਾ ਉਹਨਾਂ ਦਾ ਮੁਕਾਬਲਾ ਮੁਗਲਾਂ ਦੇ ਇੱਕ ਸੈਨਾਪਤੀ ਨਾਲ ਹੋ ਗਿਆ ਤੇ ਕਹਿੰਦੇ ਸੈਨਾਪਤੀ ਨੇ ਨਾ ਇੱਦਾਂ ਹੀ ਸੰਜੋ ਲੋਹੇ ਦੀ ਆਪਣੇ ਤਨ ਤੇ ਪਹਿਨੀ ਹੋਈ ਸੀ, ਪਰ ਇੱਧਰ ਗੁਰੂ ਕਿਆਂ ਕੋਲ ਵੀ ਸ਼ਸਤਰ ਮਾੜੇ ਨਹੀਂ ਸਨ, ਬੜੇ ਵਧੀਆ ਹੁੰਦੇ ਸਨ। ਤੇ ਅਜੀਤ ਸਿੰਘ ਯੋਧਾ ਵੀ ਬੜਾ ਬਲਵਾਨ ਤੇ ਤਕੜਾ ਸੀ। ਤੇ ਬਾਬਾ ਅਜੀਤ ਸਿੰਘ ਨੇ ਕਹਿੰਦੇ ਘੋੜੇ ਦੇ ਉੱਪਰ ਖੜੋ ਕੇ ਨਾ ਉਹਦੀਆਂ ਰਕਾਬਾਂ 'ਚ ਪੈਰ ਪਾ ਕੇ ਆਪਣਾ ਬਰਸ਼ਾ ਦੋਵੇਂ ਹੱਥਾਂ ਨਾਲ ਸੰਭਾਲ ਕੇ ਬੜੀ ਜ਼ੋਰ ਦੀ ਉਸ ਸੈਨਾਪਤੀ ਦੀ ਛਾਤੀ 'ਚ ਮਾਰਿਆ। ਕਹਿੰਦੇ ਇੰਨੀ ਜ਼ੋਰ ਦੀ ਮਾਰਿਆ, ਸੰਜੋਗ ਵੀ ਟੁੱਟੀ ਤੇ ਅੱਗਿਓਂ ਨੇਜਾ ਵੀ ਟੁੱਟ ਗਿਆ, ਪਰ ਉਹਦੀ ਛਾਤੀ ਨੂੰ ਚੀਰ ਕੇ ਲੰਘ ਗਿਆ। ਤੇ ਜਦੋਂ ਵਾਪਸ ਖਿੱਚਣ ਲੱਗੇ, ਟੁੱਟਿਆ ਨੇਜਾ ਮੁੜ ਕੇ ਕਿਸੇ ਤਰ੍ਹਾਂ ਉਹਦੇ 'ਚ ਅਟਕ ਗਿਆ, ਉਹਦੀਆਂ ਸੰਗਲੀਆਂ 'ਚ, ਤੇ ਮੁੜ ਤੋਂ ਖਿੱਚ ਨਹੀਂ ਹੋਇਆ। ਉਹਨਾਂ ਇੱਕ ਦੋ ਵਾਰ ਜ਼ੋਰ ਲਾਇਆ ਤੇ ਮੁੜ ਕੇ ਉੱਥੇ ਹੀ ਉਹਦੀ ਛਾਤੀ 'ਚ ਪਿਆ ਛੱਡ ਦਿੱਤਾ ਤੇ ਆਪਣੀ ਤਲਵਾਰ ਦੇ ਨਾਲ ਫਿਰ ਰਣ ਖੇਤਰ 'ਚ ਆਏ। ਸਾਹਮਣੇ ਤੇ ਸੈਨਾ ਸਾਧ ਸੰਗਤ ਇੱਦਾਂ ਸੁਰੱਖਿਆ ਕਵਚਾਂ ਦੇ ਵਿੱਚ ਮੜੀ ਹੋਈ ਸੀ ਤੇ ਬਾਬਾ ਅਜੀਤ ਸਿੰਘ ਗੁਰੂ ਕੇ ਪੁੱਤਰ ਨੇ, ਗੁਰੂ ਕੇ ਸਾਹਿਬਜ਼ਾਦੇ ਨੇ, ਪਰ ਉਹਨਾਂ ਨੇ ਕੋਈ ਸੰਜੋ ਨਹੀਂ ਸੀ ਪਹਿਨੀ ਹੋਈ, ਕਿਸੇ ਪ੍ਰਕਾਰ ਦਾ ਕੋਈ ਸੁਰੱਖਿਆ ਕਵਚ ਨਹੀਂ ਸੀ ਪਹਿਨਿਆ ਹੋਇਆ। ਉਹ ਰਣ ਖੇਤਰ 'ਚ ਇੱਦਾਂ ਹੀ ਜੂਝ ਰਹੇ ਸਨ। ਗੁਰੂ ਦੀ ਇਹ ਵਿਲੱਖਣਤਾ ਵੀ ਹੈ ਸਾਧ ਸੰਗਤ, ਗੁਰੂ ਦੀ ਇਹ ਵਡਿਆਈ ਵੀ ਹੈ। ਬਈ ਜੋ ਸੁਰੱਖਿਆ ਜੇ ਹੋਵੇਗੀ ਤੇ ਸਾਰਿਆਂ ਦੀ ਇੱਕੋ ਤਰੀਕੇ ਨਾਲ, ਤੇ ਨਹੀਂ ਫਿਰ ਜੰਗ ਨੂੰ ਸਾਰੇ ਇੱਕੋ ਤਰੀਕੇ ਨਾਲ ਹੀ ਜਾਣਗੇ। ਕਿਉਂਕਿ ਸਤਿਗੁਰੂ ਦੇ ਲਈ ਸਤਿਗੁਰੂ ਦੇ ਸਿੱਖ ਸਤਿਗੁਰੂ ਦੇ ਪੁੱਤਰ ਹਨ, ਸਤਿਗੁਰੂ ਦੇ ਪੁੱਤਰ ਸਤਿਗੁਰੂ ਦੇ ਸਿੱਖ ਹਨ। ਫਰਕ ਨਹੀਂ ਹੈ, ਗੁਰੂ ਦੀ ਦ੍ਰਿਸ਼ਟੀ ਵਿੱਚ ਬਰਾਬਰ ਹਨ, ਇੱਕੋ ਜਿਹੇ ਹਨ। ਸਤਿਗੁਰੂ ਨੇ ਜਿਵੇਂ ਦਾ ਪਿਆਰ ਤੇ ਪਰਵਰਿਸ਼ ਆਪਣੇ ਪੁੱਤਰਾਂ ਨੂੰ ਦਿੱਤੀ, ਉਵੇਂ ਦਾ ਹੀ ਪਿਆਰ ਆਪਣੇ ਸਿੱਖਾਂ ਨੂੰ ਬਖਸ਼ਿਆ। ਇਹ ਅੱਜ ਦੇ ਸਮੇਂ ਆਪਾਂ ਬਦਕਿਸਮਤੀ ਕਹਿ ਸਕਦੇ ਹਾਂ ਉਹਨਾਂ ਸਿੱਖਾਂ ਦੀ, ਸਿੱਖ ਅਖਵਾਉਣ ਵਾਲਿਆਂ ਦੀ, ਜਿਹੜੇ ਐਸੇ ਮਹਾਨ ਸਤਿਗੁਰੂ ਨੂੰ ਛੱਡ ਕੇ ਤੁਰੇ ਫਿਰਦੇ ਨੇ ਆਸੇ ਪਾਸੇ। ਜਿਸ ਗੁਰੂ ਨੇ ਆਪਣੇ ਸਿੱਖਾਂ ਨੂੰ ਆਪਣਾ ਪਰਿਵਾਰ, ਆਪਣੇ ਬੱਚੇ ਮੰਨਿਆ, ਤੇ ਗੁਰੂ ਨੇ ਆਖਿਆ ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸਤ ਚਾਰ, ਚਾਰ ਬੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਗੁਰੂ ਮਹਾਨ ਸੂਰਮਾ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੇ ਬਾਰੇ ਸੱਲ ਭੱਟ ਜੀ ਕਹਿ ਰਹੇ ਨੇ, ਪਹਿਰ ਸਮਾਦ ਸਨਾ ਗਿਆਨ ਹੈ ਆਸਣ ਚੜਿਓ। ਕਹਿੰਦੇ ਗੁਰੂ ਅਮਰਦਾਸ ਜੀ ਨਾ ਆ ਸੰਸਾਰ ਰੂਪੀ ਰਣ ਭੂਮੀ ਦੇ ਵਿੱਚ, ਇਸ ਯੁੱਧ ਦੇ ਵਿੱਚ ਇੱਕ ਸੈਨਾਪਤੀ ਵਾਂਗ, ਇੱਕ ਤਗੜੇ ਆਗੂ ਦੇ ਵਾਂਗ ਜੂਝ ਰਹੇ ਨੇ। ਤੇ ਗੁਰੂ ਅਮਰਦਾਸ ਜੀ ਨੇ ਸਨਾ ਸੰਜੋ ਕਿਹੜੀ ਪਹਿਨੀ ਹੋਈ ਹੈ ਜੀ? ਪਹਿਰ ਸਮਾਦ ਸਨਾ, ਸਮਾਧੀ ਦੀ ਸੰਜੋ ਪਹਿਨੀ ਹੋਈ ਹੈ, ਸੁਰੱਖਿਆ ਕਵਚ। ਸਮਾਧੀ ਤੋਂ ਭਾਵ ਧਿਆਨ, ਪਰਮੇਸ਼ਰ ਦਾ ਨਾਮ। ਉਹ ਸੰਜੋ ਉਹਨਾਂ ਨੇ ਆਪਣੇ ਮਨ ਤੇ ਪਹਿਨੀ ਹੋਈ ਆ। ਗਿਆਨ ਹੈ ਆਸਣ ਚੜਿਓ, ਗਿਆਨ ਰੂਪੀ ਘੋੜੇ ਦੇ ਉੱਪਰ ਉਹਨਾਂ ਨੇ ਆਪਣਾ ਆਸਣ ਪਾਇਆ ਹੋਇਆ ਵਾ। ਗਿਆਨ ਨੂੰ, ਸਮਝ ਨੂੰ, ਸੋਝੀ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣਾ ਘੋੜਾ ਬਣਾ ਕੇ ਉਹਦੇ ਉੱਪਰ ਸਵਾਰੀ ਕੀਤੀ ਤੇ ਉਹਨਾਂ ਨੇ ਆਪਣੇ ਉੱਪਰ ਪਰਮੇਸ਼ਰ ਦੇ ਨਾਮ, ਧਿਆਨ ਦੀ ਸੰਜੋ ਪਹਿਨਣਾ ਕੀਤੀ।
ਸੁਰੱਖਿਆ ਕਵਚ ਪਹਿਨਿਆ। ਤੇ ਇਸ ਸੰਜੋ ਨੇ ਹਰ ਥਾਂ ਦੇ ਉੱਪਰ ਰੱਖਿਆ ਕਰਨੀ ਹੈ, ਬਚਾ ਕਰਨਾ ਹੈ। ਹੁਣ ਇਹ ਜਿਹੜੀ ਸਮਾਧੀ ਦੀ ਸੰਜੋ ਆ ਨਾ ਸਾਧ ਸੰਗਤ, ਇਹਨੂੰ ਸਮਝਿਓ ਆਪਾਂ ਪਿਆਰ ਨਾਲ। ਸਮਾਧੀ ਤੋਂ ਭਾਵ ਪਰਮੇਸ਼ਰ ਵਾਹਿਗੁਰੂ ਜੀ ਦਾ ਧਿਆਨ, ਸੁਰਤ ਦਾ ਪਰਮੇਸ਼ਰ ਜੀ ਨੂੰ ਅਨੁਭਵ ਕਰਨਾ। ਤੇ ਜਦੋਂ ਜਦੋਂ ਤੱਕ ਇਹ ਸੰਜੋ ਕਿਸੇ ਮਨ ਕੋਲ ਹੋਏਗੀ ਨਾ, ਕਿਸੇ ਸਰੀਰ ਕੋਲ ਹੋਏਗੀ, ਪਰਮੇਸ਼ਰ ਦੇ ਭੈ ਦੀ ਸੰਜੋ, ਰੱਬ ਦੇ ਪਿਆਰ ਦੀ ਸੰਜੋ, ਪਰਮੇਸ਼ਰ ਦੀ ਹਾਜ਼ਰ ਨਾਜ਼ਰਤਾ ਦੀ ਸੰਜੋ, ਉਦੋਂ ਤੱਕ ਉਸ ਮਨ ਦੇ ਉੱਪਰ ਕੋਈ ਵੀ ਮਨ ਦਾ ਵੈਰੀ, ਵਿਸ਼ਾ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਪਣਾ ਹਮਲਾ ਨਹੀਂ ਕਰ ਸਕਦੇ। ਕਿਉਂਕਿ ਰੱਖਿਆ ਮਨ ਦੀ ਕੌਣ ਕਰ ਰਿਹਾ ਜੀ? ਧਿਆਨ। ਪਰਮੇਸ਼ਰ ਦਾ ਧਿਆਨ ਮਨ ਦੀ ਰੱਖਿਆ ਕਰ ਰਿਹਾ ਵਾ। ਤੇ ਜਦੋਂ ਵੀ ਮਨ ਉੱਪਰ ਕਿਸੇ ਪਾਸਿਓਂ ਜ਼ੋਰ ਪਏਗਾ, ਮਨ ਉੱਪਰ ਕਿਸੇ ਪਾਸਿਓਂ ਹਮਲਾ ਹੋਏਗਾ, ਲੋਭ ਦਾ, ਅਹੰਕਾਰ ਦਾ, ਕ੍ਰੋਧ ਦਾ, ਤੇ ਪਰਮੇਸ਼ਰ ਦੇ ਧਿਆਨ ਨੇ ਮਨ ਦੀ ਰੱਖਿਆ ਕਰਨੀ ਹੈ। ਮਹਾਰਾਜ ਕਹਿੰਦੇ ਇਹ ਤੇ ਸੰਜੋ ਆ ਭਾਈ, ਇਹ ਤੇ ਸੁਰੱਖਿਆ ਕਵਚ ਹੈ। ਰੱਬ ਜੀ ਦਾ ਧਿਆਨ ਦੁਨੀਆ 'ਚ ਵਿਚਰਦੇ ਹੋਏ ਨਾ, ਸੰਸਾਰ 'ਚ ਵਿਚਰਦੇ ਹੋਏ, ਜਿੱਥੇ ਵੀ ਆਪਾਂ ਫਿਰਦੇ ਪਏ ਆ, ਜੇ ਪਰਮੇਸ਼ਰ ਦੇ ਧਿਆਨ ਦੇ ਵਿੱਚ ਵਿਚਰਦੇ ਹਾਂ ਤੇ ਹਰ ਥਾਂ ਤੇ ਉਸ ਧਿਆਨ ਨੇ ਸਾਡਾ ਬਚਾਅ ਕਰਨਾ ਹੈ ਲੋਭ ਤੋਂ, ਅਹੰਕਾਰ ਤੋਂ, ਕਾਮ ਕ੍ਰੋਧ ਤੋਂ, ਮੋਹ ਤੋਂ, ਤ੍ਰਿਸ਼ਨਾ ਤੋਂ। ਇਹਨਾਂ ਚੀਜ਼ਾਂ ਤੋਂ ਧਿਆਨ ਹਰ ਵੇਲੇ ਰੱਖਿਆ ਕਰੇਗਾ, ਕਦੇ ਵੀ ਮਨ ਉੱਪਰ ਇਹਨਾਂ ਨੂੰ ਹਮਲਾ ਨਹੀਂ ਕਰਨ ਦੇਵੇਗਾ। ਅਗਲੀ ਗੱਲ, ਗਿਆਨ ਹੈ ਆਸਣ ਚੜਿਓ। ਗੁਰੂ ਦੇ ਗਿਆਨ ਰੂਪੀ ਘੋੜੇ ਦੇ ਉੱਪਰ ਆਪਣਾ ਆਸਣ ਜਮਾ ਲਿਆ। ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਨੂੰ ਆਪਣੀ ਉਹ ਸਵਾਰੀ ਬਣਾ ਲਿਆ ਜਿਹਦੇ ਉੱਪਰ ਸਵਾਰ ਹੋ ਕੇ ਮੰਜ਼ਿਲ ਨੂੰ ਸਰ ਕਰਨਾ ਹੈ, ਜਿਹਦੇ ਉੱਪਰ ਸਵਾਰ ਹੋ ਕੇ ਜਿੱਤ ਦਾ ਝੰਡਾ ਕੱਢਣਾ ਹੈ। ਉਹ ਕੌਣ ਹੈ ਜੀ? ਸਤਿਗੁਰੂ ਦਾ ਉਪਦੇਸ਼। ਜੇ ਚੰਗੇ ਉਹਨਾਂ ਕੋਲ ਵਹੀਕਲ ਹੀ ਨਹੀਂ ਹਨ ਫੌਜੀਆਂ ਕੋਲ, ਤੇ ਫੌਜੀ ਲੜਾਈ ਕੀ ਲੜਨਗੇ ਜੀ? ਹੁਣ ਇੱਕ ਪਾਸੇ ਤੇ ਤੁਸੀਂ ਚਾਈਨਾ ਨਾਲ ਬਾਰਡਰ ਲੱਗਦਾ ਵੇਖੋ, ਉਹਨਾਂ ਦੇ ਹਥਿਆਰ ਵੇਖੋ, ਉਹਨਾਂ ਦੀ ਫੌਜ ਦੇ ਲਈ ਉਹਨਾਂ ਦੇ ਮੁਲਕ ਦੇ ਵੱਲੋਂ ਜਿਹੜੇ ਪ੍ਰੋਵਾਈਡ ਕੀਤੇ ਹੋਏ ਵਹੀਕਲ ਨੇ, ਉਪਲਬਧ ਕਰਵਾਏ ਹੋਏ ਨੇ, ਉਹ ਵੇਖੋ। ਇੱਕ ਪਾਸੇ ਆਪਣੇ ਭਾਰਤ ਵਾਲੇ ਆਪਾਂ ਵੇਖ ਲਈ, ਇੱਥੋਂ ਸੜਕਾਂ 'ਤੇ ਲੰਘਦੇ ਆਪਾਂ ਦੇਖਦੇ ਹੀ ਹੁੰਦੇ ਹਾਂ ਕਿੰਨੀ ਕੁ ਹਾਈ ਸਪੀਡ ਹੁੰਦੀ। ਇੱਕ ਥਾਂ ਤੋਂ ਦੂਜੀ ਥਾਂ 'ਤੇ ਅੱਪੜਨਾ ਹੋਵੇ ਤੇ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਵਾ। ਇਹੀ ਕਾਰਨ ਹੈ ਕਿ ਫੌਜਾਂ ਕਈ ਦਫੇ ਉਹਨਾਂ ਦੇ ਜਜ਼ਬੇ ਤੇ ਬੜੇ ਵੱਡੇ ਹੁੰਦੇ ਨੇ। ਫੌਜੀਆਂ ਦੇ ਜਜ਼ਬੇ ਤੇ ਬਹੁਤ ਵਿਸ਼ਾਲ ਤੇ ਮਹਾਨ, ਪਾਕ ਪਵਿੱਤਰ ਹੁੰਦੇ ਨੇ, ਪਰ ਸਾਧਨਾਂ ਦੀ ਸੀਮਤਾ ਹੋਣ ਕਰਕੇ ਨਾ, ਸਾਧਨ ਪੂਰੇ ਨਾ ਹੋਣ ਕਰਕੇ ਕਈ ਵਾਰੀ ਫੌਜਾਂ ਨੂੰ ਫਿਰ ਹਾਰ ਖਾਣੀ ਪੈ ਜਾਂਦੀ ਆ। ਜਜ਼ਬਾ ਤੇ ਬਹੁਤ ਹੁੰਦਾ, ਕੋਈ ਸ਼ੱਕ ਨਹੀਂ, ਪਰ ਸਾਧਨ ਸੀਮਤ ਹੋਣ ਕਰਕੇ ਫੌਜਾਂ ਨੂੰ ਕਈ ਵਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਜਾਂਦਾ ਵਾ। ਜਜ਼ਬਾ ਵੀ ਹੋਵੇ ਤੇ ਸਾਧਨ ਵੀ ਹੋਣ ਤੇ ਫਿਰ ਫੌਜ ਨੂੰ ਕੋਈ ਹਰਾ ਨਹੀਂ ਸਕਦਾ ਹੁੰਦਾ। ਹੁਣ ਇੱਥੇ ਦੱਸਦੇ ਹਨ, ਕਹਿੰਦੇ ਭਾਈ ਮਨ ਨੂੰ ਨਾ ਇਸ ਰੂਪ 'ਚ ਤਿਆਰ ਕਰਨਾ, ਮਨ ਦੇ ਅੰਦਰ ਜਜ਼ਬਾ ਵੀ ਹੋਣਾ ਚਾਹੀਦਾ, ਮਨ ਦੇ ਕੋਲ ਸੁਰੱਖਿਆ ਦੇ ਲਈ ਪਰਮੇਸ਼ਰ ਦਾ ਧਿਆਨ ਵੀ ਹੋਣਾ ਚਾਹੀਦਾ, ਤੇ ਮਨ ਦੇ ਕੋਲ ਸਾਧਨ ਰੂਪ ਦੇ ਵਿੱਚ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਵੀ ਹੋਣੀ ਚਾਹੀਦੀ ਆ। ਸਤਿਗੁਰੂ ਦੇ ਗਿਆਨ ਦਾ ਘੋੜਾ ਵੀ ਹੋਣਾ ਚਾਹੀਦਾ। ਤੇ ਜਿਨ੍ਹਾਂ ਕੋਲ ਇਹ ਹੁੰਦਾ ਨਾ, ਫਿਰ ਉਹ ਜਰਨੈਲ, ਫਿਰ ਉਹ ਮਨ, ਉਹ ਬਹਾਦਰ ਸੂਰਮੇ ਮਨ ਵਿਕਾਰਾਂ ਨੂੰ ਹਰਾ ਕੇ ਬੜੀ ਛੇਤੀ ਆਪਣੀ ਮੰਜ਼ਿਲ ਨੂੰ ਸਰ ਕਰ ਲੈਂਦੇ ਨੇ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਮਨ ਜੀਤੇ ਜਗ ਜੀਤ। ਬੜੀ ਛੇਤੀ ਇੱਥੇ ਜਿੱਤ ਦਾ ਝੰਡਾ ਕੱਢਿਆ ਜਾਂਦਾ ਵਾ। ਅੱਗੇ ਦੱਸ ਰਹੇ ਨੇ ਮਹਾਰਾਜ, ਕਹਿੰਦੇ ਧਰਮ ਧਨਖ ਕਰ ਗਹਿਓ, ਭਗਤ ਸੀਲ ਸਰ ਲੜਿਓ। ਧਰਮ ਧਨਖ ਕਰ ਗਹਿਓ, ਧਰਮ ਨੂੰ ਨਾ, ਈਮਾਨ ਨੂੰ, ਆਪਣੇ ਫਰਜ਼ ਨੂੰ
अपनी जिम्मेवारी नूं धनुख बना के मन फिर अपने हत्थ 'च फड़ लैंदा। हुण जिस धनुख नाल निशाना लाउणा ਉਹ ਧਨੁਖ ਕੀ ਹੋਣਾ ਚਾਹੀਦਾ जी? धर्म ਦਾ, ईमान ਦਾ, अपनी जिम्मेवारी ਦੇ एहसास ਦਾ, ਸਾਡੇ फर्ज ਕੀ ਨੇ। जे सानू साडे फर्ज भुल गए ना साध संगत, तो फिर असी की खटांगे जी। फर्ज हुंदे आ ना, जिम्मेवारियां हुंदियां ना, वो याद होणियां चाहीदियां ने। एक सिख होण दे नाते साडी जिम्मेवारी की बनदी आ गुरु प्रति, गुरु दे दर प्रति। एक सिख होण दे नाते साडी जिम्मेवारी की बनदी आ समाज प्रति, आले दुआले प्रति। वो जिहड़ियां जिम्मेवारियां ने ना, जेकर वो भुल गए तो फिर नहीं साध संगत। हुण भगत पूरन सिंह जी नूं उन्हां दी जिम्मेवारी दा एहसास सी, जिस जिम्मेवारी दे एहसास ने उन्हां नूं सिख इतिहास विच एक चमकदा तारा बना दिता। समय समय ते जिन्ने गुरमुख प्यारे हुए ने, जिन्हां ने कौम लई कुछ कीता, उन्हां सारिआं नूं अपनी जिम्मेवारी दा एहसास होया कि सिख होण दे नाते साडा फर्ज बनदा कि घट्टो घट्ट इन्ना कु कौम लई असीं करीए। ते जे वो सी तद बड़ा कुछ कर लिया गया। बंदा अपने लिए मेहनत करदा, यतन करदा, घर बना लैंदा, सब कुछ बना लैंदा वा, पर कौम लिए मेहनत करनी, कौम लिए यतन करना, ये विरले ते थोड़ियां दे हिस्से आया करदा। साध संगत संत अतर सिंह साहब जी नूं ये एहसास जागिया उन्हां दे मन विच कि गुरु दे सिख होण दे नाते साडियां कुछ जिम्मेवारियां, कुछ फर्ज ने ते वो असीं निभाउणे ने। ते जदों उन्हां दी पछाण होई, उन्हां लई यतन आरंभे, फिर किन्ने वड्डे वड्डे पूरने पा दिते गए। ये चीज़ां अपने सामने ने ना। धर्म धनख कर गए, वो कहते धर्म नूं, अपनी जिम्मेवारी दे एहसास नूं धनुख अपना हथियार बना ला। इनू कर गए हो, इनू अपने हत्थ च फड़, भाव हमेशा अपनी जिम्मेवारी नूं अपने सामने रख, ਉਹਨੂੰ कदी पासे ना करदी। अगे दसदी है जी, भगत सील सर लड़िओ, ते इस धनुख दे विच तीर किहड़ा पाया? ये धनुख है ना, धनुख दी तरकश दे उपर तीर चाड़ के चलाया जाता ना, जिद्दां बंदूक अपने आप च कुछ नहीं कर सकती जे विच गोलियां ही ना पाईआं होण। इदां ही धनुख इकल्ला पूर्ण हथियार नहीं मन्निया जाता जेकर तीर ही कोल नहीं हन, ते इकल्ला धनुख की करेगा फिर। हुण भाई ये धनुख ते आ गया, ते इच तीर किहड़ा पाउणा? जिने वार करना। गुरु बाबा जी कहंदे भगत सील सर लड़िओ। भाई इस जिम्मेवारी दे एहसास विच जिहड़ा तीर पएगा ना, वो तीर होएगा परमेश्वर दी भगती वाला। वो तीर होएगा सील, शीतल सुभाव वाला, मन दे पूर्ण टिका वाला। सर लड़िओ, कहंदे इन्हां तीरां दे नाल ते इस कमान दे नाल इउं तैयार हो के श्री गुरु अमरदास जी महाराज गुरु अंगद देव दे थापड़े दे नाल रण भूमि आ मातलोक इस रण खेतर दे विच जूझ रहे ने। अगे लिखदे हन, भै निरभਉ हर अटल मन, शब्द गुर नेजा गड्डिओ। भै निरभਉ हर अटल मन। भै परमेश्वर जी दे भै दे नाल, रब जी दे प्यार दे नाल की होया जी? निरभਉ। गुरु अमरदास महाराज अंतर आत्मे निरभਉ हो गए, भय तो मुक्त हो गए। गुरु अमरदास जी दे अंदर हुण कोई भय नहीं रहा। गुरु अंगद देव जी की संगत करके परमेश्वर दे भय दे नाल उन्हां दे सारे ही भय अपने खत्म हो गए ने। निरभਉ जपै सगल भਉ मिटै।
ਐਵੇਂ ਮਨੁੱਖ ਆਪਣੇ ਮਨ ਵਿੱਚ ਡਰ ਪਾਲੀ ਫਿਰਦਾ ਹੁੰਦਾ ਵੀ ਇੱਧਰੋਂ ਜਾਈਏ ਕਿਤੇ ਐ ਨਾ ਹੋ ਜੇ, ਕਿਤੇ ਐ ਨਾ ਹੋ ਜੇ। ਪਰ ਜਦੋਂ ਸਾਧ ਸੰਗਤ ਇਸ ਨਿਰਭੈਤਾ ਦੇ ਨਾਲ ਸਾਂਝ ਪੈਂਦੀ ਆ ਨਾ ਪਰਮੇਸ਼ਰ ਦੇ ਨਾਲ, ਰੱਬ ਰਹਿਆ ਸਭ ਨਹੀਂ ਜਾਈ, ਫਿਰ ਮਨ ਵਿੱਚੋਂ ਭੈ ਨਿਕਲ ਜਾਂਦਾ ਹੈ, ਮਨ ਵਿੱਚੋਂ ਡਰ ਨਿਕਲ ਜਾਂਦਾ ਹੈ, ਖਤਮ ਹੋ ਜਾਂਦਾ। ਡਰ ਖਤਮ ਹੋਣ ਦਾ ਅਰਥ ਇਹ ਨਹੀਂ ਹੁੰਦਾ ਬਈ ਨਿਡਰ ਹੋ ਕੇ ਮਨੁੱਖ ਦੁਨੀਆ 'ਚ ਵਿਚਰਨ ਲੱਗ ਜਾਂਦਾ ਵਾ। ਅਸਲ ਵਿੱਚ ਜਿਹੜਾ ਗੁਰਮਤ ਦਾ ਭਾਵ ਹੈ ਨਾ, ਡਰ ਖਤਮ ਹੋਣ ਵਾਲਾ, ਇਹਨੂੰ ਸਮਝਣਾ ਸਾਧ ਸੰਗਤ। ਹੁਣ ਡਰ ਤੇ ਵਜ਼ੀਰ ਖਾਨ ਦੇ ਮਨ ਵਿੱਚ ਵੀ ਕਿਸੇ ਦਾ ਨਹੀਂ ਸੀ, ਹੈ ਨਹੀਂ ਸੀ ਨਾ। ਜਹਾਂਗੀਰ ਵਰਗਿਆਂ ਨੂੰ ਵੀ ਕੋਈ ਨਹੀਂ ਸੀ, ਮੱਸੇ ਰੰਗੜ ਵਰਗਿਆਂ ਨੂੰ ਵੀ ਕੋਈ ਨਹੀਂ ਸੀ। ਹੁਣ ਇੱਕ ਪਾਸੇ ਉਹ ਨੇ ਜਿਨ੍ਹਾਂ ਨੂੰ ਡਰ ਹੈ ਨਹੀਂ, ਤੇ ਉਹਨਾਂ ਨੇ ਸਮਾਜ ਵਿੱਚ ਕਿਹੋ ਜਿਹੇ ਕੰਮ ਕੀ ਹੈ, ਤੇ ਨਿਰਭਉ ਹੋਣ ਦੇ ਨਾਲ ਨਾਲ ਆਪਣੇ ਮਨ ਅੰਦਰ ਕੋਈ ਵੈਰ ਵੀ ਨਹੀਂ ਰੱਖਦਾ ਕਿਸੇ ਪ੍ਰਤੀ, ਸਗੋਂ ਪ੍ਰੇਮ ਭਰ ਕੇ ਰੱਖਦਾ ਹੈ ਕੁੱਲ ਕਾਇਨਾਤ ਪ੍ਰਤੀ, ਪ੍ਰੇਮ ਨੂੰ ਭਰ ਕੇ ਰੱਖਦਾ ਵਾ। ਮਹਾਰਾਜ ਕਹਿਣ ਲੱਗੇ, ਭਗਤ ਸੀਲ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ। ਹਰ ਅਟਲ, ਹਰ ਅਟਲ ਦਾ ਅਰਥ ਸਦਾ ਅਟਲ ਰਹਿਣ ਵਾਲਾ, ਸਦਾ ਸਲਾਮਤ ਰਹਿਣ ਵਾਲਾ ਪਰਮਾਤਮਾ ਮਨ ਵਿੱਚ ਵਸ ਗਿਆ। ਸ਼ਬਦ ਗੁਰ ਨੇਜਾ ਗੰਢਿਓ, ਕਹਿੰਦੇ ਭਾਈ ਗੁਰੂ ਦੇ ਸ਼ਬਦ ਦਾ ਨੇਜਾ ਨਾ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਦਾਂ ਕੱਢ ਦਿੱਤਾ। ਨੇਜਾ ਕੱਢਣ ਤੋਂ ਭਾਵ ਜਿੱਤ ਦਾ ਝੰਡਾ ਬੁਲੰਦ ਕਰ ਦਿੱਤਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਦੇ ਸ਼ਬਦ ਦੇ ਨਾਲ ਮਨ ਉੱਪਰ ਫਤਿਹ ਪਾਉਣੀ ਕੀਤੀ। ਸੰਸਾਰ ਰੂਪੀ ਰਣ ਭੂਮੀ ਦੇ ਵਿੱਚ ਉਹਨਾਂ ਨੇ ਫਤਿਹ ਪਾਉਣੀ ਕੀਤੀ। ਕਿਵੇਂ ਪਾਈ ਜੀ ਫਤਿਹ? ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ। ਬਾਬਾ ਅਮਰਦਾਸ ਤੇ ਉਹੀ ਸੀ ਨਾ। ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਵੇਖੋ, ਤੇ ਗੁਰੂ ਅੰਗਦ ਸਾਹਿਬ ਦਾ ਸ਼ਬਦ ਮਿਲਣ ਤੋਂ ਬਾਅਦ ਵਿੱਚ ਵੇਖੋ, ਇੱਥੇ ਤਬਦੀਲੀ ਜਿਹੜੀ ਵਾਪਰੀ ਉਹ ਸ਼ਬਦ ਕਰਕੇ ਵਾਪਰੀ। ਜੋ ਸਾਰੀ ਤਬਦੀਲੀ ਬਾਬਾ ਅਮਰਦਾਸ ਦੇ ਜੀਵਨ 'ਚ ਵਾਪਰੀ ਉਹ ਸ਼ਬਦ ਕਰਕੇ ਵਾਪਰੀ। ਇਸ ਲਈ ਮਹਾਨਤਾ ਸ਼ਬਦ ਨੂੰ ਜਾਏਗੀ। ਸ਼ਬਦ ਉਹ ਮਹਾਨ ਸ਼ਕਤੀ ਹੈ ਜਿਸ ਨੇ ਗੁਰੂ ਅਮਰਦਾਸ ਜੀ ਦੇ ਜੀਵਨ 'ਚ ਪਰਿਵਰਤਨ ਲੈ ਕੇ ਆਂਦਾ। ਉਹਨਾਂ ਨੂੰ ਆਮ ਤੋਂ ਖਾਸ ਮਹਾਨ ਬਣਾ ਦਿੱਤਾ, ਉੱਤਮ ਬਣਾ ਦਿੱਤਾ, ਬਾਕੀਆਂ ਤੋਂ ਵੱਖਰੇ ਬਣਾ ਦਿੱਤਾ। ਆਗੂ ਇੱਕ ਰੂਪ ਦੇ ਵਿੱਚ ਬਣਾ ਦਿੱਤਾ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੂੰ। ਸੋ ਇਹ ਜਿਹੜੀ ਤਬਦੀਲੀ ਵਾਪਰੀ ਨਾ ਸਾਧ ਸੰਗਤ, ਇਹ ਸਾਰੀ ਦੀ ਸਾਰੀ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਵਾਪਰੀ। ਮਹਾਰਾਜ ਜੀ ਅੱਗੋਂ ਕਹਿਣ ਲੱਗੇ, ਕਾਮ ਕ੍ਰੋਧ ਲੋਭ ਮੋਹ ਆਪਤ ਪੰਚ ਦੂਤ ਬਿਖੰਡਿਓ। ਕਾਮ ਕ੍ਰੋਧ ਲੋਭ ਮੋਹ ਆਪਤ। ਕਹਿੰਦੇ ਭਾਈ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਨਾ ਪਰਮੇਸ਼ਰ ਦੇ ਧਿਆਨ ਦੀ ਸੰਜੋ ਪਹਿਨ ਕੇ, ਗੁਰੂ ਦੇ ਉਪਦੇਸ਼ ਰੂਪੀ ਘੋੜੇ ਤੇ ਸਵਾਰੀ ਕਰਕੇ, ਆਪਣੀ ਜ਼ਿੰਮੇਵਾਰੀ ਰੂਪੀ ਧਨੁਖ ਦੇ ਵਿੱਚ ਭਗਤੀ ਤੇ ਪਿਆਰ ਵਾਲਾ ਤੀਰ ਚਾੜ ਕੇ, ਪਰਮੇਸ਼ਰ ਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਧਿਆਨ 'ਚ ਜੋੜ ਕੇ, ਦੁਨੀਆ ਦੇ ਤਮਾਮ ਭੈ ਖਤਮ ਕਰਕੇ, ਭੈ ਦੀ ਥਾਂ ਤੇ ਪ੍ਰੇਮ ਭਰ ਕੇ ਕਾਇਨਾਤ ਪ੍ਰਤੀ ਆਪਣੇ ਮਨ ਵਿੱਚ ਗੁਰੂ ਦੇ ਸ਼ਬਦ ਦਾ ਨੇਜਾ ਜਦੋਂ ਗੱਡਿਆ ਨਾ, ਤੇ ਫਿਰ ਕੀ ਹੋਇਆ ਜੀ? ਕਾਮ ਕ੍ਰੋਧ ਲੋਭ ਮੋਹ ਆਪਤ। ਗੁਰੂ ਅਮਰਦਾਸ ਜੀ ਨੇ ਇਹਨਾਂ ਪੰਜਾਂ ਨੂੰ, ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਅਹੰਕਾਰ ਨੂੰ, ਪੰਜ ਦੂਤ ਬਿਖੰਡਿਓ, ਇਹਨਾਂ ਪੰਜੇ ਦੂਤਾਂ ਨੂੰ ਬਖੇਰ ਦਿੱਤਾ, ਖਦੇੜ ਦਿੱਤਾ। ਮਰੇ ਪਟਕਾ ਪਟਕਾ ਕੇ ਗੁਰੂ ਅਮਰਦਾਸ ਜੀ ਨੇ ਪੰਜੇ ਵੈਰੀ ਬਿੰਦ ਲਾਇਆ ਗੁਰੂ ਦੇ ਸ਼ਬਦ ਨਾਲ ਇਹਨਾਂ ਪੰਜ ਵੈਰੀਆਂ ਨੂੰ ਖਦੇੜਨ ਦੇ ਵਿੱਚ, ਇਹਨਾਂ ਨੂੰ ਹਰਾਉਣ ਦੇ ਵਿੱਚ। ਪਾਤਸ਼ਾਹ ਕਹਿੰਦੇ ਨੇ, ਭੱਲੋ ਪੁਹਾਲ ਤੇਜੋ ਤਨਾ। ਭੱਲਿਆਂ ਦੀ ਕੁਲ ਦਾ ਸ੍ਰੇਸ਼ਟ ਰਾਜਾ
ਤੇਜੋ ਤਨਾ ਤੇਜ ਭਾਨ ਜੀ ਦਾ ਸਪੁੱਤਰ, ਨਿਰਪਤ ਨਾਥ ਨਾਨਕ ਬਰ। ਨਾਨਕ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵਾਰ ਦੇ ਨਾਲ, ਉਹਨਾਂ ਦੀ ਅਗਵਾਈ ਦੇ ਨਾਲ ਨਿਰਪਤ ਨਾਥ ਕਹਿੰਦੇ ਭਾਈ ਕੁੱਲ ਰਾਜਿਆਂ ਦੇ ਮਾਲਕ ਬਣ ਗਏ। ਗੁਰ ਅਮਰਦਾਸ ਸੱਚ ਸੱਲ ਭਾਣਾ, ਤੈਂ ਦਲ ਜਿਤੋ ਇਵ ਯੁੱਧ ਕਰ। ਹੇ ਗੁਰੂ ਅਮਰਦਾਸ ਜੀ ਮਹਾਰਾਜ, ਸੱਲ ਕਵੀ ਆਖਦਾ ਹੈ, ਭੱਟ ਸੱਲ ਜੀ ਕਹਿ ਰਹੇ ਨੇ, ਤੈਂ ਦਲ ਜਿੱਤੋ ਇਵ ਯੁੱਧ ਕਰ। ਇਸ ਪ੍ਰਕਾਰ ਤੁਸੀਂ ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਦੇ ਨਾਲ ਉਹਨੂੰ ਆਪਣਾ ਹਥਿਆਰ ਬਣਾ ਕੇ, ਆਪਣਾ ਸਹਾਰਾ, ਆਪਣਾ ਆਸਰਾ, ਆਪਣੀ ਸੁਰੱਖਿਆ ਬਣਾ ਕੇ ਯੁੱਧ ਕੀਤਾ। ਸੰਸਾਰ ਰੂਪੀ ਰਣ ਭੂਮੀ ਦੇ ਵਿੱਚ ਦਲ ਜਿੱਤੋ। ਤੇ ਜਿਹੜਾ ਵੈਰੀਆਂ ਦਾ ਦਲ ਸੀ ਨਾ, ਮਾਇਆ ਦਾ, ਵਿਕਾਰਾਂ ਦਾ, ਉਹਨੂੰ ਬੜੀ ਆਸਾਨੀ ਦੇ ਨਾਲ ਗੁਰੂ ਦੀ ਅਗਵਾਈ 'ਚ ਰਹਿ ਕੇ ਜਿੱਤ ਲਿਆ। ਤੇ ਜਿੱਤ ਦਾ ਝੰਡਾ ਆਪਣਾ ਇਸ ਰਣ ਭੂਮੀ 'ਚ ਆਪ ਜੀ ਨੇ ਕੱਢ ਦਿੱਤਾ। ਹੁਣ ਇਹ ਗੁਰੂ ਅਮਰਦਾਸ ਮਹਾਰਾਜ ਦੀ ਉਪਮਾ ਹੈ ਸਾਧ ਸੰਗਤ। ਗੁਰੂ ਅੰਗਦ ਸਾਹਿਬ ਦੀ ਵਡਿਆਈ ਹੈ, ਗੁਰੂ ਨਾਨਕ ਜੀ ਦੀ ਵਡਿਆਈ ਹੈ, ਤੇ ਆਪਾਂ ਨੂੰ ਸੁਣਾਈ ਗਈ ਆ। ਕਿਉਂ ਸੁਣਾਈ ਗਈ ਹੈ ਜੀ? ਇਸ ਲਈ ਸੁਣਾਈ ਗਈ ਹੈ ਕਿ ਅਸੀਂ ਸਤਿਗੁਰੂ ਦੀ ਇਸ ਵਡਿਆਈ ਤੋਂ ਸੇਧ ਲੈ ਕੇ, ਗੁਰੂ ਦੀ ਇਸ ਵਡਿਆਈ ਤੋਂ ਸੋਝੀ ਲੈ ਕੇ, ਚਾਨਣ ਲੈ ਕੇ ਇਸ ਮਾਰਗ ਦੇ ਉੱਪਰ ਚੱਲਣਾ ਕਰੀਏ। ਜਿਸ ਪ੍ਰਕਾਰ ਗੁਰੂ ਅਮਰਦਾਸ ਜੀ ਦੇ ਜੀਵਨ 'ਚ ਪਰਿਵਰਤਨ ਵਾਪਰਿਆ, ਸ਼ਬਦ ਦੀ ਬਰਕਤ ਨਾਲ ਸਾਡੇ ਜੀਵਨ 'ਚ ਵੀ ਵਾਪਰੇ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਤੋਂ ਬਖਸ਼ਿਸ਼ਾਂ ਲਈਆਂ, ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਜਿਵੇਂ ਉਹਨਾਂ ਨੇ ਇਹਨਾਂ ਵਿਕਾਰਾਂ ਤੇ ਫਤਹ ਪਾਉਣੀ ਕੀਤੀ, ਆਪਾਂ ਭੀ ਪਾਉਣੀ ਕਰੀਏ। ਇਸੇ ਲਈ ਆਪਾਂ ਨੂੰ ਇਹ ਗਾਥਾ ਸੁਣਾਈ ਗਈ। ਵੱਡਿਆਂ ਦੀਆਂ ਕਹਾਣੀਆਂ ਜਿਹੜੀਆਂ ਹੁੰਦੀਆਂ ਨਾ, ਸਾਖੀਆਂ, ਉਹ ਇਸ ਲਈ ਸੁਣਾਈਆਂ ਜਾਂਦੀਆਂ ਨੇ ਕਿ ਸਾਡਾ ਜੀਵਨ ਉਹਨਾਂ ਤੋਂ ਪ੍ਰਭਾਵਿਤ ਹੋਵੇ ਤੇ ਆਪਾਂ ਉਸ ਮਾਰਗ ਤੇ ਚੱਲਣਾ ਕਰੀਏ। ਪਾਤਸ਼ਾਹ ਦਾ ਬਚਨ ਹੈ ਨਾ, ਬਾਬਾਣੀਆਂ ਕਹਾਣੀਆਂ। ਵੱਡਿਆਂ ਦੀਆਂ ਜੋ ਕਹਾਣੀਆਂ ਹੁੰਦੀਆਂ, ਬਾਬਾਣੀਆਂ ਦਾ ਅਰਥ ਬਾਬੇ ਕਿਆਂ ਦੀਆਂ, ਵੱਡਿਆਂ ਦੀਆਂ ਜੋ ਕਹਾਣੀਆਂ ਹੁੰਦੀਆਂ, ਸਾਖੀਆਂ ਹੁੰਦੀਆਂ, ਉਹਨਾਂ ਦੇ ਜੀਵਨ ਦੀਆਂ ਗਾਥਾਵਾਂ ਹੁੰਦੀਆਂ। ਪੁੱਤ ਸਪੁੱਤ ਕਰੇਣ, ਉਹ ਭਾਈ ਅੱਗੇ ਨਿਆਣਿਆਂ ਨੂੰ ਸਿਆਣੇ ਬਣਾ ਦਿੰਦੀਆਂ ਨੇ। ਸਿਆਣੇ ਫਿਰ ਉਹਨਾਂ ਦੀ ਅਗਵਾਈ 'ਚ ਚੱਲਦੇ ਨੇ ਵੀ ਅੱਛਾ ਵੱਡਿਆਂ ਨੇ ਐਂ ਕੀਤਾ ਸੀ ਤੇ ਇਉਂ ਵਾਪਰਿਆ, ਤੇ ਭਾਈ ਅਸੀਂ ਵੀ ਐਵੇਂ ਕਰੀਏ, ਬਈ ਸਾਡੇ ਨਾਲ ਵੀ ਚੰਗਾ ਤੇ ਵਧੀਆ ਵਾਪਰੇ। ਤੇ ਫਲਾਣੇ ਨੇ ਇੱਦਾਂ ਨਹੀਂ ਕੀਤਾ ਤੇ ਉਹ ਜਿਵੇਂ ਸੀ ਉਵੇਂ ਰਹਿ ਗਏ। ਹੁਣ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿੰਨੇ ਭਰਾ ਸੀ ਜੀ? ਜੇ ਆਪਾਂ ਇੱਥੇ ਬੈਠੇ ਆਪਾਂ ਸੰਗਤ ਨੂੰ ਪੁੱਛੀਏ ਨਾ ਵੀ ਗੁਰੂ ਅਮਰਦਾਸ ਹੋਣੀ ਕਿੰਨੇ ਭਰਾ ਸਨ, ਮੇਰਾ ਖਿਆਲ ਹੈ ਨਹੀਂ ਪਤਾ ਹੋਣਾ ਕਿਸੇ ਨੂੰ। ਉਹਨਾਂ ਦੇ ਬਾਕੀ ਭਰਾਵਾਂ ਦੇ ਨਾਂ ਕੀ ਸਨ, ਇਹ ਵੀ ਨਹੀਂ ਪਤਾ ਹੋਣਾ। ਸਾਡੇ ਲਈ ਸਾਰੇ ਪਰਿਵਾਰ ਵਿੱਚੋਂ ਕੇਵਲ ਗੁਰੂ ਅਮਰਦਾਸ ਜੀ ਮਹਾਨ ਨੇ, ਅਹਿਮ ਨੇ। ਕਿਉਂ? ਕਿਉਂਕਿ ਉਹਨਾਂ ਸ਼ਬਦ ਦੀ ਕਮਾਈ ਕੀਤੀ ਤੇ ਉਹ ਸਦਾ ਰਹਿਣਗੇ, ਸਦਾ ਅਮਰ ਰਹਿਣਗੇ। ਤੇ ਬਾਕੀ ਜੋ ਉਹਨਾਂ ਦਾ ਪਰਿਵਾਰ, ਜੋ ਉਹਨਾਂ ਦੇ ਚਾਚੇ ਤਾਏ ਹਨ, ਜਾਂ ਜੋ ਵੀ ਉਹਨਾਂ ਦੇ ਪਾਸ ਪੜੋਸ ਦੇ ਵਿੱਚ ਸਨ, ਜੋ ਉਸ ਰੂਪ ਦੇ ਵਿੱਚ ਸ਼ਬਦ ਦੀ ਕਮਾਈ ਨਹੀਂ ਕਰ ਸਕੇ ਜਿਸ ਰੂਪ ਵਿੱਚ ਬਾਬਾ ਅਮਰਦਾਸ ਨੇ ਕੀਤੀ, ਤੇ ਗੁਰੂ ਅੰਗਦ ਸਾਹਿਬ 'ਚ ਅਭੇਦ ਹੋ ਗਏ ਭਾਈ, ਉਹ ਸਾਡੇ ਦ੍ਰਿਸ਼ਟੀਗੋਚਰ ਵੀ ਨਹੀਂ ਰਹੇ। ਹਾਂ, ਕੁਝ ਕੁ ਵਿਦਵਾਨਾਂ ਨੂੰ ਛੱਡ ਕੇ, ਜਿਹੜੇ ਇਤਿਹਾਸਕਾਰੀ ਦੇ ਨਾਲ ਸੰਬੰਧ ਰੱਖਦੇ ਆ, ਆਮ ਸੰਗਤ ਗੁਰੂ ਪਰਿਵਾਰ ਬਾਰੇ ਬਹੁਤੀ ਵਾਕਫੀਅਤ ਨਹੀਂ ਰੱਖਦੀ ਹੈਗੀ। ਆਪਣੀ ਸਾਰੀ ਵਾਕਫੀਅਤ ਕੇਵਲ ਸੋਰਸ ਤੱਕ ਹੁੰਦੀ ਆ, ਮੁੱਖ ਗੁਰੂ ਤੱਕ ਹੁੰਦੀ ਆ ਬਸ। ਕਿਉਂਕਿ ਅਸੀਂ ਗੁਰੂ ਸਾਹਿਬ ਨੂੰ ਜਾਣਦੇ ਗੁੰਨੇ ਆ, ਇਸ ਲਈ ਜਾਣਦੇ ਗੁੰਨੇ ਆ ਵੀ ਗੁਰੂ ਸਾਹਿਬ ਨੇ ਪਾਤਸ਼ਾਹੀ ਨਾਲ ਜੁੜ ਕੇ, ਆਪਣੇ ਤੋਂ ਪਹਿਲੇ ਪਾਤਸ਼ਾਹ ਨਾਲ ਜੁੜ ਕੇ ਉਹਨਾਂ ਦੇ ਕੋਲੋਂ ਵਡਿਆਈਆਂ ਹਾਸਲ ਕੀਤੀਆਂ ਸਨ, ਬਖਸ਼ਿਸ਼ਾਂ ਹਾਸਲ ਕੀਤੀਆਂ ਸਨ। ਤੇ ਇੰਨੀ ਹੀ ਗੱਲ ਆਪਣੇ ਲਈ ਕਾਫੀ ਹੈ।
ਜੇ ਭਾਈ ਲਹਿਣਾ ਇੱਕ ਆਮ ਸਧਾਰਨ ਜਿਹੀ ਜ਼ਿੰਦਗੀ ਜਿਉਣ ਵਾਲੇ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਲੈ ਕੇ ਗੁਰੂ ਨਾਨਕ 'ਚ ਅਭੇਦ ਹੋ ਕੇ ਗੁਰੂ ਨਾਨਕ ਦਾ ਰੂਪ ਹੋ ਜਾਂਦੇ ਨੇ, ਤੇ ਇਹ ਉਹਨਾਂ ਦੇ ਜੀਵਨ ਦੀ ਗਾਥਾ ਸਾਡੇ ਲਈ ਪ੍ਰੇਰਣਾਮਈ ਹੈ ਕਿ ਅਸੀਂ ਵੀ ਆਮ ਜਿਹੀ ਜ਼ਿੰਦਗੀ ਜਿਉਣ ਵਾਲੇ ਆਮ ਜਿਹੇ ਲੋਕ ਗੁਰੂ ਦੀਆਂ ਬਖਸ਼ਿਸ਼ਾਂ ਨਾਲ ਜੁੜੀਏ। ਸਾਡੇ ਆਪਣੇ ਆਪ 'ਚ ਤੇ ਮਹਾਨ ਕੁਝ ਵੀ ਨਹੀਂ, ਪਰ ਹਾਂ ਸਾਡਾ ਗੁਰੂ ਬੜਾ ਮਹਾਨ ਆ। ਅਸੀਂ ਆਪਣੇ ਆਪੇ ਤੇ ਮਾਣ ਨਹੀਂ ਕਰਨਾ, ਅਸੀਂ ਗੁਰੂ ਤੇ ਮਾਣ ਕਰਨਾ। ਪਾਤਸ਼ਾਹ ਦੀ ਬਾਣੀ ਦਾ ਬਚਨ ਹੈ ਨਾ, ਜਾਂ ਤੂੰ ਤਾਂ ਮੈਂ ਮਾਣ ਕੀ ਆਖੈ, ਹੁਣ ਤੁਧ ਬਿਨ ਕਿਹਾ ਮੇਰਾ ਮਾਣੋ। हे ਪਰਮੇਸ਼ਰ, ਸਾਡਾ ਆਪਣਾ ਮਾਣ ਕੋਈ ਨਹੀਂ, ਸਾਡੇ 'ਚ ਆਪਣੇ 'ਚ ਕੋਈ ਐਡੀ ਸਮਰੱਥਾ ਹੈ ਨਹੀਂ। ਇਹ ਸਾਰੀਆਂ ਬਰਕਤਾਂ ਤੁਹਾਡੀਆਂ ਨੇ, ਤੁਹਾਡੇ ਕੋਲੋਂ ਮਿਲੀਆਂ ਨੇ, ਇਹ ਸਾਰੀ ਵਡਿਆਈ ਤੁਹਾਡੀ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਵਡਿਆਈ ਸਾਰੀ ਸੱਚੇ ਪਾਤਸ਼ਾਹ ਦੀ ਹੈ। ਤੇ ਸਿੱਖ ਜਦੋਂ ਸੱਚੇ ਪਾਤਸ਼ਾਹ ਨਾਲ ਜੁੜਦਾ ਤਾਂ ਸੱਚੇ ਪਾਤਸ਼ਾਹ ਦੀਆਂ ਵਡਿਆਈਆਂ ਨੂੰ ਪ੍ਰਾਪਤ ਕਰ ਲੈਂਦਾ। ਸਿੱਖ ਦਾ ਜੀਵਨ ਵੀ ਉਵੇਂ ਹੀ ਰੁਸ਼ਨਾ ਆ ਜਾਂਦਾ ਜਿਵੇਂ ਬਾਕੀ ਮਹਾਨ ਗੁਰਮੁਖ ਪਿਆਰਿਆਂ ਦਾ ਜੀਵਨ ਰੁਸ਼ਨਾਇਆ ਹੁੰਦਾ ਵਾ। ਪਰ ਇਸ ਉੱਤਮ ਪਦਵੀ ਤੇ ਪਹੁੰਚਣ ਤੋਂ ਬਾਅਦ ਵੀ ਸਿੱਖ ਇਹੀ ਆਖਦਾ, ਸਭ ਤੇਰੀ ਵਡਿਆਈ, ਸਭ ਤੇਰੀ ਵਡਿਆਈ। ਵਡਿਆਈ ਇਸ ਲਈ ਹੈ ਕਿਉਂਕਿ ਤੂੰ ਹੈ, ਤੇਰੇ ਨਾਲ ਜੁੜਨ ਕਰਕੇ ਹੈ। ਸੋ ਮਹਾਰਾਜ ਜੀ ਅੱਗੋਂ ਸਤਿਗੁਰੂ ਦਾ ਬਚਨ ਆਪਾਂ ਜਾਣੀਏ, ਫਿਰ ਇੱਥੇ ਤੀਜੇ ਪਾਤਸ਼ਾਹ ਦੀ ਉਪਮਾ ਦੇ ਜੋ ਸਵਈਏ ਹਨ ਉਹਨਾਂ ਦੀ ਸਮਾਪਤੀ ਹੋ ਜਾਵੇਗੀ। ਅਗਲਾ ਜੋ ਸਵਈਆ ਹੈ ਨਾ, 4 ਹੀ ਤੁਕਾਂ ਦਾ ਹੈ ਤੇ ਇਹਨੂੰ ਭੱਲ ਭੱਟ ਜੀ ਨੇ ਉਚਾਰਨ ਕੀਤਾ। ਭੱਲੇ ਜੀ ਨੇ ਲਿਖਦੇ ਨੇ, ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਘਨ ਹਰ ਬੂੰਦ। ਭੱਟ ਭੱਲ ਜੀ ਕਹਿਣ ਲੱਗੇ, ਕਹਿੰਦੇ ਜਦੋਂ ਬਾਰਿਸ਼ ਹੁੰਦੀ ਆ ਨਾ, ਮੀਂਹ ਪੈਂਦਾ, ਇਹਦਾ ਰਲ ਕੇ ਬਾਰਿਸ਼ ਹੁੰਦੀ ਵਾਹਵਾ ਥਾਂ ਤੇ ਜਿਹੜੀਆਂ ਕਣੀਆਂ ਵਰਸਦੀਆਂ ਨੇ ਨਾ, ਕਿਣ ਮਿਣ ਕਣੀ, ਇੱਕ ਇੱਕ ਤੁਪਕਾ ਜੋ ਪਾਣੀ ਦਾ ਬੱਦਲਾਂ 'ਚੋਂ ਡਿੱਗਦਾ ਹੇਠਾਂ ਜ਼ਮੀਨ ਤੇ, ਉਹਨਾਂ ਦੀ ਗਿਣਤੀ ਨਹੀਂ ਕੋਈ ਕਰ ਸਕਦਾ। ਕਿ ਕਰ ਸਕਦਾ ਜੀ? ਉਹਨਾਂ ਕਣੀਆਂ ਨੂੰ ਗਿਣਿਆ ਕਿਸੇ ਨੇ ਅੱਜ ਤੱਕ? ਵੀ 1 ਘੰਟਾ ਮੀਂਹ ਪਿਆ ਤੇ ਕੁੱਲ ਇੰਨੀਆਂ ਕਣੀਆਂ ਜ਼ਮੀਨ ਤੇ ਡਿੱਗੀਆਂ। ਕਣੀਆਂ ਦੀ ਕੋਈ ਗਿਣਤੀ ਹੈਗੀ ਆ? ਕੋਈ ਗਿਣਤੀ ਨਹੀਂ। ਘਨ ਹਰ ਬੂੰਦ, ਬੱਦਲਾਂ ਦੀਆਂ ਬੂੰਦਾਂ, ਕਣੀਆਂ ਜੋ ਬਰਸਾਤ ਹੁੰਦੀ, ਬਰਖਾ ਹੁੰਦੀ, ਮੀਂਹ ਪੈਂਦਾ, ਉਹਨਾਂ ਦੀ ਕੋਈ ਗਿਣਤੀ ਹਾਲੇ ਤੱਕ ਨਹੀਂ ਕਿਸੇ ਨੇ ਕੀਤੀ ਤੇ ਨਾ ਹੀ ਕਿਸੇ ਉਸ ਪਾਸੇ ਧਿਆਨ ਦਿੱਤਾ। ਦੂਜੀ ਗੱਲ, ਆਪ ਜੀ ਕਹਿੰਦੇ ਬਸੋ ਰੋਮਾਵਲ। ਬਸੋ ਦਾ ਅਰਥ ਬਸੁਦਾ, ਭਾਵਾ ਧਰਤੀ। ਰੋਮਾਵਲ ਦਾ ਅਰਥ ਬਨਸਪਤੀ। ਧਰਤੀ ਦੇ ਉੱਪਰ ਬਨਸਪਤੀ ਕਿੰਨੀ ਹੈ ਇਹਦੀ ਸੰਖਿਆ ਹੋ ਸਕਦੀ ਆ? ਵੀ ਇੱਕ ਇੱਕ ਜੜ ਦੀ ਕੋਈ ਗਿਣਤੀ ਕਰਨੀ ਸ਼ੁਰੂ ਕਰ ਦਵੇ ਤੇ ਸੰਖਿਆ ਕੀਤੀ ਜਾਏ। ਜਿੱਦਾਂ ਆਪਾਂ 5 ਕਿੱਲੇ ਕਿਸੇ ਕੋਲ ਪੈਲੀ ਹੋਵੇ ਤੇ ਅੱਜ ਕੱਲ੍ਹ ਚੌਲ ਲੱਗਿਆ, ਜੀਰੀ ਲੱਗੀ ਆ, ਤੇ ਇੱਕ ਇੱਕ ਬੂਝੇ ਦੀ ਕੋਈ ਗਿਣਤੀ ਕਰਕੇ ਆਖੇ ਵੀ ਪੂਰੇ ਪੰਜਾਬ 'ਚ ਕਿੰਨੇ ਬੀਜ ਬੀਜੇ ਗਏ ਆ, ਤੇ ਉਹਨਾਂ ਦੀ ਗਿਣਤੀ ਕਰਨੀ ਆ। ਪੂਰੇ ਇੰਡੀਆ ਦੀ ਗਿਣਤੀ ਕਰਨੀ ਆ, ਪੂਰੀ ਦੁਨੀਆ ਦੀ ਗਿਣਤੀ ਕਰਨੀ ਆ। ਫਿਰ ਇਹਦੇ 'ਚ ਕਿੰਨੇ ਪੇੜ ਪੌਦੇ ਨੇ ਉਹਨਾਂ ਦੀ ਗਿਣਤੀ ਕਰਨੀ ਹੈ। ਘਾਹ ਦੀ ਇੱਕ ਇੱਕ ਜੜ ਦੀ ਗਿਣਤੀ ਕਰਨੀ ਆ। ਫਲਾਂ ਤੇ ਫੁੱਲਾਂ ਵਾਲੇ ਕਿੰਨੇ ਜਾਣੀ ਸਾਰੀ ਬਨਸਪਤੀ ਦੀ ਗਿਣਤੀ ਕਰਨੀ ਆ। ਹੋ ਸਕਦੀ ਆ ਸੰਭਵ ਜੀ? ਨਹੀਂ ਹੋ ਸਕਦੀ, ਨਾ ਹੀ ਕਿਸੇ ਕੀਤੀ ਹੈ। ਭੱਟ ਭੱਲ ਜੀ ਕਹਿੰਦੇ ਘਨ ਹਰ ਬੂੰਦ, ਬੱਦਲਾਂ ਦੀਆਂ ਕਣੀਆਂ, ਬਸੋ ਰੋਮਾਵਲ, ਧਰਤੀ ਦੇ ਬਨਸਪਤੀ ਦੀ ਗਿਣਤੀ, ਕੁਸਮ ਬਸੰਤ। ਕੁਸਮ ਦਾ ਅਰਥ ਹੁੰਦਾ ਫੁੱਲ, ਬਸੰਤ ਦਾ ਅਰਥ ਬਸੰਤ ਰੁੱਤ। ਬਸੰਤ ਰੁੱਤ ਦੇ ਵਿੱਚ ਜਿਹੜੇ ਫੁੱਲ ਖਿੜਦੇ ਆ ਉਹਨਾਂ ਦੀ ਕੋਈ ਗਿਣਤੀ ਹੁੰਦੀ? ਹੁਣ ਜੜ ਤੇ ਇੱਕ ਜੜ 'ਚੋਂ ਇੱਕ ਬੂਟਾ ਨਿਕਲਿਆ, ਬੂਟੇ ਨੂੰ ਫੁੱਲ ਕਿੰਨੇ ਲੱਗ ਗਏ ਉੱਪਰ? ਇੱਕ ਇੱਕ ਬੂਟੇ ਤੇ ਕਿੰਨੇ ਕਿੰਨੇ ਫੁੱਲ ਲੱਗੇ ਨੇ, ਤੇ ਉਹਨਾਂ ਫੁੱਲਾਂ ਦੀ ਵੀ ਕੋਈ ਗਿਣਤੀ ਹੈ ਨਹੀਂ, ਨਾ ਹੀ ਕਿਸੇ ਕੀਤੀ। ਆਪ ਜੀ ਕਹਿੰਦੇ ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਣੰਤ ਨਾ ਆਵੈ। ਭਾਈ ਇਹਨਾਂ 3 ਚੀਜ਼ਾਂ ਦੀ ਕੋਈ ਗਿਣਤੀ ਨਹੀਂ ਹੋਈ, ਨਾ ਬਾਰਿਸ਼ ਦੀਆਂ ਬੂੰਦਾਂ ਦੀ,
ਨਾ ਧਰਤੀ ਦੀ ਬਨਸਪਤੀ ਦੀ, ਨਾ ਬਸੰਤ ਵਿੱਚ ਖਿੜੇ ਹੋਏ ਫੁੱਲਾਂ ਦੀ, ਕੋਈ ਗਿਣਤੀ ਨਹੀਂ ਹੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰਵ ਸਸ ਕਿਰਨ, ਰਵ ਕਹੀਏ ਰਵੀ ਸੂਰਜ, ਸਸ ਕਹੀਏ ਚੰਦਰਮਾ। ਸੂਰਜ ਤੇ ਚੰਦਰਮਾ ਦੀਆਂ ਜੋ ਕਿਰਨਾਂ ਹਨ, ਇਹਨਾਂ ਕਿਰਨਾਂ ਨੂੰ ਮਿਣਿਆ ਜਾ ਸਕਦਾ, ਇਹਨਾਂ ਨੂੰ ਮਾਪਿਆ ਜਾ ਸਕਦਾ ਵਾ। ਇਹਨਾਂ ਨੂੰ ਮਿਣ ਕੇ ਇਹਨਾਂ ਦੀ ਇੱਕ ਮਿਣਤੀ ਇੱਦਾਂ ਰੱਖੀ ਜਾ ਸਕਦੀ ਆ ਵੀ ਆ ਇੱਕ ਸੂਰਜ ਹੈ ਜਿਹ 'ਚੋਂ ਇੰਨੇ ਲੱਖ ਇੰਨੇ ਕਰੋੜ ਕਿਰਨਾਂ ਨਿਕਲ ਕੇ ਇੰਨੀ ਦੂਰੀ ਤੱਕ ਗਈਆਂ ਨੇ, ਤੇ ਕੁੱਲ ਇਹਨਾਂ ਦਾ ਆਕਾਰ ਆ ਸਾਰਾ ਹਿਸਾਬ ਕਿਤਾਬ ਆ ਪਿਆ ਜੀ ਇੱਕ ਕਾਗਜ਼ 'ਤੇ ਲਿਖਿਆ। ਇਹ ਨਹੀਂ ਨਾ ਸੰਭਵ ਹੈਗਾ। ਕਿਰਨ ਆਪਾਂ ਕਹਿ ਦਿੰਦੇ ਹਾਂ, ਉਂਝ ਸੂਰਜ ਦਾ ਪ੍ਰਕਾਸ਼ ਹੁੰਦਾ ਵਾ, ਤੇ ਉਹਦੀ ਗਿਣਤੀ ਕੋਈ ਹੈ ਹੀ ਨਹੀਂ, ਨਾ ਚੰਦਰਮਾ ਦੀ ਨਾ ਸੂਰਜ ਦੀ। ਉਦਰ ਸਾਗਰ ਕੋ, ਸਮੁੰਦਰ ਜੋ ਬਹੁਤ ਵੱਡਾ ਸਾਗਰ ਆ, ਉਹਨੂੰ ਮਾਪਣਾ, ਉਹਨੂੰ ਇੱਦਾਂ ਲੀਟਰ ਲੈ ਕੇ ਕੋਈ ਬੈਠ ਜਾਏ, ਜਿਵੇਂ ਬਾਲਟੀ 'ਚੋਂ ਦੁੱਧ ਪਾ ਕੇ ਕੱਢ ਲਿਆ ਜਾਂਦਾ ਵੀ 1 2 3 4 5 ਲੀਟਰ ਪੈ ਗਿਆ ਜੀ, ਤੇ ਇੱਦਾਂ ਕੋਈ ਲੀਟਰ ਚੁੱਕ ਕੇ ਸਮੁੰਦਰ ਦੇ ਕਿਨਾਰੇ ਬੈਠ ਜੇ ਵੀ ਲੈ ਭਾਈ ਮਿਣ ਕੇ ਮੈਂ 'ਚੋਂ ਪਾਣੀ ਕੱਢ ਕੇ ਦੂਜੇ ਪਾਸੇ ਡੋਲਦਾ, ਤੇ ਫਿਰ ਵੇਖਦੇ ਆ ਵੀ ਕਿੰਨੇ ਹਜ਼ਾਰ ਲੱਖ ਲੀਟਰ ਪਾਣੀ 'ਚੋਂ ਮੈਂ ਕੱਢ ਦਿੱਤਾ ਵਾ। ਇੱਦਾਂ ਮਿਣਨਾ ਹੋ ਸਕਦਾ? ਅੰਦਾਜ਼ੇ ਨੇ, ਮੈਥਾਮੈਟਿਕਸ ਦੇ ਆਪਣੇ ਫਾਰਮੂਲੇ ਨੇ ਏਰੀਆ ਕੱਢਣ ਦੇ, ਤੇ ਉਹਦੇ ਮੁਤਾਬਕ ਅੰਦਾਜ਼ਾ ਲਾ ਲਿਆ ਜਾਂਦਾ ਵੀ ਅੱਛਾ ਇੰਨਾ ਖੇਤਰਫਲ ਹੋ ਗਿਆ, ਇੰਨੀ ਗਹਿਰਾਈ ਹੋ ਗਈ, ਤੇ ਜੇ ਇੰਨੇ ਥਾਂ 'ਚ ਇੰਨਾ ਪਾਣੀ ਖੜਦਾ ਤਾਂ ਕੁੱਲ ਇੰਨੇ ਖੇਤਰਫਲ 'ਚ ਇੰਨਾ ਕੁ ਹੋਊਗਾ। ਉਹ ਇੱਕ ਅੰਦਾਜ਼ੇ ਲਾ ਲਏ ਜਾਂਦੇ ਨੇ, ਪਰ ਪ੍ਰੋਪਰ ਗਿਣਤੀ ਕਰਨੀ, ਪ੍ਰੋਪਰ ਅੰਤ ਪਾਉਣਾ ਇਹ ਸੰਭਵ ਨਹੀਂ ਹੈਗਾ, ਹੈ ਨਾ। ਗੰਗ ਤਰੰਗ, ਗੰਗਾ ਵਰਗੇ ਦਰਿਆ ਨਹਿਰਾਂ ਨੇ ਜਿਹੜੀਆਂ, ਉਹਨਾਂ ਦੀਆਂ ਲਹਿਰਾਂ, ਉਹਨਾਂ ਦਾ ਅੰਤ ਕੋ ਪਾਵੇ। ਇਹਨਾਂ ਚੀਜ਼ਾਂ ਦੀ ਪ੍ਰੋਪਰ ਸੰਖਿਆ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਅੱਗੇ ਲਿਖਦੇ ਹਨ ਭੱਟ ਭੱਲ ਜੀ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਹਨੋਂ ਜੋਗਾਵੈ। ਰੁਦਰ ਧਿਆਨ, ਰੁਦਰ ਦਾ ਅਰਥ ਹੁੰਦਾ ਜੀ ਸ਼ਿਵ। ਸ਼ਿਵ ਜੀ ਦੀ ਸਮਾਧੀ ਨਾ ਸਭ ਤੋਂ ਟਿਕਾ ਵਾਲੀ ਸਮਾਧੀ ਮੰਨੀ ਗਈ ਹੈ। ਤੇ ਭੱਟ ਭੱਲ ਜੀ ਕਹਿਣ ਲੱਗੇ ਸ਼ਿਵ ਦੇ ਵਾਂਗ ਐਨ ਧਿਆਨ ਜੋੜ ਕੇ, ਰੁਦਰ ਧਿਆਨ ਸ਼ਿਵ ਦੇ ਵਾਂਗ ਐਨ ਧਿਆਨ ਜੋੜ ਕੇ, ਗਿਆਨ ਸਤਿਗੁਰ ਕੇ, ਆਪਣੇ ਗੁਰੂ ਆਪਣੇ ਉਸਤਾਦ ਤੋਂ ਮਿਲੇ ਹੋਏ ਗਿਆਨ ਦੀ ਰਾਹੀਂ ਉਹਨੂੰ ਜੋ ਗਾਵੇ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦੱਸੀਆਂ, ਕਹਿੰਦੇ ਇਹਨਾਂ ਦਾ ਮਾਪ ਤੋਲ ਕਰਨਾ ਸੰਭਵ ਹੋ ਸਕਦਾ ਭਾਈ, ਇਹਨਾਂ ਦਾ ਮਾਪ ਤੋਲ ਕਰਨਾ ਸੰਭਵ ਹੋ ਸਕਦਾ। ਬੱਦਲਾਂ ਦੀਆਂ ਬੂੰਦਾਂ ਵੀ ਗਿਣੀਆਂ ਜਾ ਸਕਦੀਆਂ ਨੇ, ਗਿਣੀਆਂ ਤੋਂ ਭਾਵ ਇੱਦਾਂ ਨਹੀਂ ਵੀ ਆ 1 ਡਿੱਗ ਪਈ ਆ 2 ਆ 3, ਇੱਦਾਂ ਨਹੀਂ, ਕੁੱਲ ਪਾਣੀ ਕਿੰਨਾ ਡਿੱਗਿਆ ਤੇ ਇੱਕ ਬੂੰਦ 'ਚ ਕਿੰਨਾ ਹੁੰਦਾ, ਫਿਰ ਉਹਨੂੰ ਡਿਵਾਈਡ ਕਰਕੇ ਉਹਦੀ ਸੰਖਿਆ ਇੱਕ ਲਗਭਗ ਅੰਕੜਾ ਕੱਢਿਆ ਜਾ ਸਕਦਾ ਵਾ, ਅਪਰੋਕਸੀਮੇਟ ਸੰਖਿਆ ਕੱਢੀ ਜਾ ਸਕਦੀ ਆ। ਕਿਉਂਕਿ ਮੈਥਾਮੈਟਿਕਸ ਨੇ, ਫਿਜ਼ਿਕਸ ਨੇ ਇੰਨੀ ਕੁ ਸਾਧ ਸੰਗਤ ਤਰੱਕੀ ਕਰ ਲਈ ਅੱਜ ਦੇ ਸਮੇਂ, ਜਿਹਦੇ 'ਚ ਜੋੜ ਘਟਾਓ ਬਹੁਤ ਜ਼ਿਆਦਾ ਹੋਣ ਲੱਗ ਪਿਆ ਵਾ। ਤੇ ਉਹ ਗੱਲ ਇੱਥੇ ਭੱਟ ਭੱਲ ਜੀ ਕਹਿ ਰਹੇ ਨੇ, ਕਹਿੰਦੇ ਬਾਰੀਕ ਸੋਝੀ ਨਾਲ ਧਿਆਨ ਲਾ ਕੇ ਤੇ ਆਪਣੇ ਗੁਰੂ ਆਪਣੇ ਉਸਤਾਦ ਦੀ ਸੰਗਤ ਵਿੱਚ ਬੈਠ ਕੇ ਉਹਦੇ ਤੋਂ ਸਿੱਖ ਕੇ ਸੋਝੀ ਲੈ ਕੇ ਇਹ ਕੁਝ ਸਮਝ ਸਕਦਾ ਵਾ। ਗਿਣਤੀ ਇੱਕ ਅਪਰੋਕਸੀਮੇਟ ਸੰਖਿਆ ਕੱਢੀ ਜਾ ਸਕਦੀ ਆ ਬਈ ਇੰਨੀਆਂ ਕੁ ਬੂੰਦਾਂ ਡਿੱਗੀਆਂ ਹੋਣੀਆਂ, ਇੰਨੀ ਕੁ ਸਾਰੀ ਬਨਸਪਤੀ ਹੋਣੀ ਆ, ਜੇ ਇੱਕ ਬੂਟੇ ਨੂੰ ਇੰਨੇ ਫੁੱਲ ਲੱਗਦੇ ਆ ਤੇ ਇੰਨੇ ਲੱਖ ਬੂਟੇ ਆ, ਤੇ ਕੁੱਲ ਸੰਖਿਆ ਗੁਣਾ ਕਰਕੇ ਵੇਖ ਲਓ, ਲਗਭਗ ਅੰਦਾਜ਼ਨ ਸੰਖਿਆ ਇੰਨੀ ਕੁ ਹੋਏਗੀ। ਸੂਰਜ ਦੀਆਂ ਚੰਦਰਮਾ ਦੀ ਇੰਨੀ ਕੁ ਰੌਸ਼ਨੀ, ਇੰਨਾ ਕੁ ਪ੍ਰਕਾਸ਼ ਹੋਏਗਾ, ਸਾਗਰ ਦੀ ਗਹਿਰਾਈ ਇੰਨੀ ਕੁ ਹੋਏਗੀ। ਕਹਿੰਦੇ ਇਹ ਚੀਜ਼ਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅੱਜ ਕੱਲ੍ਹ ਲੱਗਣ ਵੀ ਲੱਗ ਪਏ ਨੇ ਸਾਧ ਸੰਗਤ। ਤੇ ਅਖੀਰ ਵਿੱਚ ਭੱਟ ਭੱਲ ਜੀ ਕਹਿਣ ਲੱਗੇ, ਭੱਲੇ ਅਮਰਦਾਸ ਸੁਗੁਣ ਤੇਰੇ। ਹੇ ਭੱਲਿਆਂ ਦੀ ਕੁੱਲ ਵਿੱਚ ਪੈਦਾ ਹੋਏ ਗੁਰੂ ਅਮਰਦਾਸ ਜੀ, ਗੁਣ ਤੇਰੇ, ਤੇਰੇ ਜਿਹੜੇ ਗੁਣ ਹਨ ਨਾ, ਤੇਰੀ ਉਪਮਾ, ਤੇਰੀ ਜੋ ਉਪਮਾ ਹੈ ਨਾ, ਤੋਹੇ ਬਨ ਆਵੈ, ਇਹਦੇ ਬਾਰੇ ਤੁਸੀਂ ਹੀ ਜਾਣਦੇ ਹੋ। ਇਹਦੇ ਬਾਰੇ ਅੰਦਾਜ਼ਾ ਲਾਉਣਾ, ਇਹਦੇ ਬਾਰੇ ਹਿਸਾਬ ਕਿਤਾਬ ਲਾ ਕੇ ਦੱਸਣਾ
ਇਹਦੇ ਬਾਰੇ ਆਪਣੇ ਵੱਲੋਂ ਕੋਈ ਕਿਸੇ ਪ੍ਰਕਾਰ ਦੀ ਸੰਖਿਆ ਦੇਣੀ ਬਈ ਗੁਰੂ ਅਮਰਦਾਸ ਜੀ 'ਚ 100 ਕੁ ਗੁਣ ਹੋਏਗਾ ਜੀ, ਜਾਂ 150 ਹੋਏਗਾ, ਜਾਂ 200 ਹੋਏਗਾ, ਜਾਂ 500 ਗੁਣ ਹੋਏਗਾ, ਇੱਦਾਂ ਕੋਈ ਸੰਖਿਆ ਦੇਣੀ ਗੁਰੂ ਬਾਰੇ, ਕਹਿੰਦੇ ਭਾਈ ਇਹ ਨਹੀਂ ਕੀਤਾ ਜਾ ਸਕਦਾ, ਕਿਉਂਕਿ ਗੁਰੂ ਅਨੰਤ ਹੈ, ਗੁਰੂ ਦਾ ਕੋਈ ਅੰਤ ਨਹੀਂ। ਗੁਰੂ ਅਨੰਤ ਪਰਮੇਸ਼ਰ ਦਾ ਰੂਪ ਹੈ। ਸੋ ਗੁਰੂ ਆਪਣੀ ਅਸੀਮਤਾ ਬਾਰੇ ਆਪ ਜਾਣਦਾ, ਗੁਰੂ ਬਾਰੇ ਕੋਈ ਦੂਜਾ ਅੰਦਾਜ਼ਾ ਨਹੀਂ ਲਾ ਸਕਦਾ, ਗੁਰੂ ਬਾਰੇ ਕੋਈ ਦੂਜਾ ਸੰਖਿਆ ਨਹੀਂ ਦੇ ਸਕਦਾ ਆਪਣੇ ਵੱਲੋਂ ਬਈ ਇੰਨਾ ਕੁ ਗੁਰੂ ਸਾਹਿਬ ਦੇ ਵਿੱਚ ਸਬਰ ਹੋਏਗਾ, ਇੰਨਾ ਕੁ ਗੁਰੂ ਸਾਹਿਬ 'ਚ ਸੰਜਮ ਹੋਏਗਾ, ਕੈਪੈਸਿਟੀ ਇੰਨੀ ਕੁ ਹੋਏਗੀ, ਨਹੀਂ। ਹੁਣ ਵੇਖੋ, ਪਰਖਣ ਦੀ ਕੋਸ਼ਿਸ਼ ਕੀਤੀ ਨਾ ਵੀ ਘੇਰਾ ਪਾ ਲਓ ਜੀ, ਆਪਣੇ ਆਪ ਸਾਹਮਣੇ ਆਉਣਗੇ, ਪਾ ਲਿਆ, ਬਣੀ ਕੋਈ ਗੱਲ ਨਹੀਂ। ਫਿਰ ਕਹਿੰਦੇ ਇੱਦਾਂ ਕਰੋ, ਬਹਾਨੇ ਨਾਲ ਨਾ ਝੂਠ ਬੋਲ ਕੇ ਬਾਹਰੇ ਕੱਢ ਲਓ, ਹਮਲਾ ਕਰਕੇ ਫੜ ਲਾਂਗੇ। ਉਹ ਕੀਤਾ, ਫਿਰ ਕੁਛ ਹੋ ਗਿਆ। ਫਿਰ ਕਹਿੰਦੇ ਇਉਂ ਕਰੋ, ਘੇਰ ਕੇ ਨਾ ਟੱਬਰ ਖਤਮ ਕਰ ਦਿਓ, ਉਹ ਕਰ ਲਿਆ। ਫਿਰ ਅੰਦਾਜ਼ਾ ਲਾ ਲਿਆ ਜਿਹੜੀ ਗੁਰੂ ਦੇ ਸਬਰ ਦਾ, ਹਰ ਆਪਣੇ ਵੱਲੋਂ ਹਰ ਪੈਂਤੜਾ ਅਪਣਾ ਕੇ ਵੇਖ ਲਿਆ ਉਹਨਾਂ ਨੇ, ਪਰ ਜੋ ਗੁਰੂ ਦਾ ਸਬਰ ਸੀ ਉਹਦਾ ਅੰਤ ਨਹੀਂ ਪਾਇਆ ਜਾ ਸਕਿਆ, ਉਹਨੂੰ ਤੋਲਿਆ ਗਿਣਿਆ ਮਿਣਿਆ ਨਹੀਂ ਜਾ ਸਕਿਆ। ਸੋ ਭੱਟ ਭੱਲ ਜੀ ਕਹਿ ਰਹੇ ਨੇ ਵੀ ਹੇ ਗੁਰੂ ਪਾਤਸ਼ਾਹ, ਅਪ੍ਰਕਿਰਤੀ ਦੀਆਂ ਸਾਰੀਆਂ ਚੀਜ਼ਾਂ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਹੈ, ਪਰ ਤੁਹਾਡੇ ਗੁਣਾਂ ਬਾਰੇ, ਤੁਹਾਡੀ ਉਪਮਾ ਬਾਰੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਕਿਉਂਕਿ ਜੋ ਤੁਹਾਡੀ ਉਪਮਾ ਹੈ ਨਾ ਉਹ ਬੇਅੰਤ ਹੈ। ਉਹ ਬੇਅੰਤ ਇਸ ਲਈ ਹੈ ਜੀ ਕਿਉਂਕਿ ਗੁਰ ਪਰਮੇਸ਼ਰ ਏਕੋ ਜਾਨ, ਗੁਰੂ ਅਤੇ ਪਰਮੇਸ਼ਰ ਇੱਕੋ ਹੀ ਰੂਪ ਹਨ। ਗੁਰੂ ਅਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਭਿੰਨਤਾ ਨਹੀਂ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਇੱਥੇ ਸ੍ਰੀ ਗੁਰੂ ਅਮਰਦਾਸ ਜੀ ਦੀ ਉਪਮਾ ਦੇ ਵਿੱਚ ਉਚਾਰਨ ਕੀਤੇ ਹੋਏ ਜੋ ਸਵਈਏ ਹਨ ਉਹਨਾਂ ਦੀ ਸਮਾਪਤੀ ਹੁੰਦੀ ਹੈ, ਤੇ ਇਸ ਤੋਂ ਅੱਗੇ ਸਵਈਏ ਮਹਲੇ ਚੌਥੇ ਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀ ਉਪਮਾ ਦੇ ਸਵਈਏ ਆਰੰਭ ਹੁੰਦੇ ਹਨ। ਕੱਲ੍ਹ ਦੇ ਸਮੇਂ 'ਚ ਉਹਨਾਂ ਦੀ ਸਾਂਝ ਪਾਈ ਜਾਵੇਗੀ। ਅੱਜ ਸਮੇਂ ਮੁਤਾਬਕ ਇੱਥੇ ਸਮਾਪਤੀ ਕਰਦੇ ਹਾਂ। ਸਤਿਗੁਰੂ ਮਿਹਰਮਤ ਕਰਨ, ਸਰਬੱਤ ਸਾਧ ਸੰਗਤ ਦੀ ਹਾਜ਼ਰੀ, ਚੱਲਿਆ ਹੋਇਆ ਕਦਮ ਕਦਮ ਲੇਖੇ ਲਾਉਣ, ਇੰਨੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ, ਭੁੱਲ ਚੁੱਕ ਲਈ ਖਿਮਾ ਬਖਸ਼ਣੀ।